ਨਰਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਇਹ ਸੰਦੇਸਾ ਭਨੋ ਹਮਾਰੋ, ਚਿੰਤਾ ਸ਼ੋਕ ਨ ਕਛ ਉਰ ਧਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਸੰਗਤਾਂ ਨੇ ਜੁੜ ਮਿਲ ਕਰਕੇ ਬੈਠਦਿਆਂ ਹੋਇਆ ਗੁਰਬਾਣੀ ਦੇ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤੇ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਜੀਵਨ ਦੀ ਜੋ ਕਥਾ ਹੈ ਉਹ ਆਪਾਂ ਲੜੀਵਾਰ ਸਰਵਣ ਕਰ ਰਹੇ ਹਾਂ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸਤਿਗੁਰਾਂ ਦੇ ਇਹ ਕੀਮਤੀ ਅਮੋਲਕ ਬਚਨ ਸਰਵਣ ਕਰੀਏ। ਪਿਛਲੇ ਦੀਵਾਨ ਵਿੱਚ ਸਰਵਣ ਕੀਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦੇ ਨਾਲ ਜਿਹੜੇ 5 ਸਿੱਖ ਦਿੱਲੀ ਗਏ ਨੇ, ਉਹਨਾਂ ਵਿੱਚੋਂ ਸਾਰਿਆਂ ਤੋਂ ਪਹਿਲਾਂ ਭਾਈ ਮਤੀ ਦਾਸ ਜੀਆਂ ਨੂੰ ਸ਼ਹੀਦ ਕੀਤਾ। ਉਸ ਤੋਂ ਬਾਅਦ ਵਿੱਚ ਭਾਈ ਦਿਆਲਾ ਜੀ ਨੂੰ ਉਬਲਦੇ ਹੋਏ ਪਾਣੀ ਦੇ ਵੱਡੇ ਸਾਰੇ ਭਾਂਡੇ ਵਿੱਚ ਪਾ ਕੇ, ਵੱਡੀ ਦੇਗ ਦੇ ਵਿੱਚ ਪਾ ਕੇ ਉਬਾਲ ਕੇ ਸ਼ਹੀਦ ਕੀਤਾ ਗਿਆ। ਅਤੇ ਇਸੇ ਤਰ੍ਹਾਂ ਭਾਈ ਸਤੀ ਦਾਸ ਜੀਆਂ ਨੂੰ ਰੂਈ ਦੇ ਵਿੱਚ ਲਪੇਟ ਕੇ ਰੁੱਖ ਦੇ ਨਾਲ ਬੰਨ੍ਹ ਕੇ ਉਹਨਾਂ ਨੂੰ ਸ਼ਹੀਦ ਕੀਤਾ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਜਿਹੜੇ 2 ਸਿੱਖ ਬਚ ਗਏ ਨੇ, ਉਹਨਾਂ ਨੇ ਵੀ ਬੇਨਤੀ ਕੀਤੀ, ਮਹਾਰਾਜ ਅਸੀਂ ਵੀ ਸ਼ਹੀਦੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਨਹੀਂ, ਹਾਲੇ ਤੁਹਾਡੀ ਪਰਾਰਬਧ ਬਾਕੀ ਹੈ, ਤੁਸੀਂ ਹਾਲੇ ਕਈ ਕੰਮ ਕਰਨੇ ਨੇ। ਉਹਨਾਂ ਸਾਰਿਆਂ ਕੰਮਾਂ ਦੇ ਵਿੱਚੋਂ ਇੱਕ ਕੰਮ ਇਹ ਹੈ ਕਿ ਇੱਥੋਂ ਦਾ ਸਾਰਾ ਜਿਹੜਾ ਮਾਹੌਲ ਹੈ, ਜੋ ਇੱਥੋਂ ਦਾ ਸਾਰਾ ਹਾਲ ਹੈ, ਉਹ ਜਾ ਕੇ ਸਾਡੇ ਪੁੱਤਰ ਨੂੰ ਦੱਸੋ। ਸਾਡੀ ਸ਼ਹੀਦੀ ਦੀ ਖਬਰ ਵੀ ਉਹਨਾਂ ਨੂੰ ਦੇ ਦਿਓ। ਨਾਲੇ ਇਹ ਵੀ ਬਚਨ ਆਖੋ ਕਿ ਹੁਣ ਸਿੱਖ ਸੰਗਤਾਂ ਦੇ ਭਾਰ ਨੂੰ ਆਪਣੇ ਮੋਢਿਆਂ 'ਤੇ ਸਾਂਭ ਲੈਣ, ਸੰਗਤਾਂ ਦਾ ਧਿਆਨ ਰੱਖਣ, ਆਨੰਦਪੁਰ ਸਾਹਿਬ ਨੂੰ ਹੋਰ ਵਸਾਉਣਾ ਕਰਨ। ਇਹ ਬਚਨ ਜਾ ਕੇ ਉਹਨਾਂ ਨੂੰ ਦੱਸੋ। ਇਹ ਇਤਿਹਾਸ ਬਚਨ ਆਪਾਂ ਪਿੱਛੇ ਸਰਵਣ ਕਰ ਆਏ। ਇੱਥੋਂ ਇਤਿਹਾਸ ਦੀ ਪਰੰਪਰਾ ਹੋ ਰਹੀ ਹੈ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਸ਼ਰਧਾ ਭਾਵਨਾ ਨਾਲ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹ ਸੰਦੇਸਾ ਭਨੋ ਹਮਾਰੋ। ਸਤਿਗੁਰੂ ਪਾਤਸ਼ਾਹ ਜੀ ਬਚਨ ਕਰ ਰਹੇ ਨੇ। ਇਹ ਜਿਹੜੇ 2 ਸਿੱਖ ਜਾ ਰਹੇ ਨੇ, ਇਹਨਾਂ ਦੇ ਬਚਨ ਹੋਇਆ ਮਹਾਰਾਜ ਜੀਆਂ ਦਾ ਕਿ ਇਹ ਸਾਡਾ ਸੁਨੇਹਾ ਜਾ ਕੇ ਦੇਣਾ ਕਰੋ। ਚਿੰਤਾ ਸ਼ੋਕ ਨ ਕਛ ਉਰ ਧਾਰੋ। ਸਾਡੇ ਪਰਿਵਾਰ ਨੂੰ ਇਹ ਗੱਲ ਆਖੋ, ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਹੈ, ਕਿਸੇ ਗੱਲ ਦਾ ਸ਼ੋਕ ਨਹੀਂ ਕਰਨਾ, ਦੁੱਖ ਨਹੀਂ ਮਨਾਉਣਾ ਹੈ। ਅੰਤ ਸਮਾ ਹਮਰੇ ਤਨ ਕੇਰਾ। ਹੁਣ ਸਾਡੇ ਸਰੀਰ ਦਾ ਅੰਤ ਸਮਾਂ ਨੇੜੇ ਆ ਗਿਆ। ਜਦੋਂ ਸਰੀਰ ਦਾ ਅੰਤ ਵੇਲਾ ਨੇੜੇ ਆ ਜਾਵੇ, ਫਿਰ ਇੱਕ ਬਹਾਨਾ ਬਣ ਜਾਂਦਾ ਸਰੀਰ ਨੂੰ ਤਿਆਗਣ ਦਾ, ਛੱਡਣ ਦਾ। ਉਹ ਬਹਾਨਾ ਹੁਣ ਬਣ ਗਿਆ ਹੈ। ਸਰੀਰ ਤੇ ਛੱਡਣਾ ਹੀ ਹੈ, ਪਰ ਉਹਦਾ ਇੱਕ ਬਹਾਨਾ ਬਣ ਗਿਆ। ਇਸ ਸਰੀਰ ਨੂੰ ਤਿਆਗਣ ਦਾ ਹੁਣ ਸਮਾਂ ਆ ਗਿਆ ਹੈ। ਕੇਤਕ ਦਿਵਸ ਪਹੁੰਚਿਓ ਨੇਰਾ। ਤੇ ਕੁਝ ਦਿਨ ਬਾਕੀ ਰਹਿ ਗਏ ਨੇ, ਉਹ ਸਮਾਂ ਬਿਲਕੁਲ ਨੇੜੇ ਆ ਗਿਆ। ਜਿਸ ਦਿਨ ਪੂਰੇ ਹੋ ਗਏ, ਉਸ ਦਿਨ ਸਾਡੀ ਸ਼ਹੀਦੀ ਹੋ ਜਾਣੀ ਹੈ। ਪਰ ਹਾਲੇ ਕੁਝ ਕੁ ਦਿਨ ਬਾਕੀ ਨੇ। ਉਹਨਾਂ ਦੇ ਮੁਤਾਬਕ ਅਸੀਂ ਹਾਲੇ ਕੁਝ ਦਿਨ ਇਸ ਸੰਸਾਰ ਦੇ ਵਿੱਚ ਸਰੀਰ ਵਿੱਚ ਰਹਿਣਾ ਹੈ। ਜਿਸ ਦਿਨ ਉਹ ਦਿਨ ਪੂਰੇ ਹੋ ਗਏ, ਉਸ ਦਿਨ ਅਸੀਂ ਸਰੀਰ ਛੱਡ ਕੇ ਚਲੇ ਜਾਣਾ ਹੈ। ਆਨ ਬਾਨ ਭੀ ਤਜਬੋ ਤਨ ਕੋ। ਤੇ ਆਨ ਥਾਨ ਭੀ ਤਜਬੋ ਤਨ ਕੋ। ਹੋਰਾਂ ਥਾਵਾਂ 'ਤੇ ਮੰਨ ਲਓ ਅਸੀਂ ਦਿੱਲੀ ਨਾ ਹੁੰਦੇ, ਮੰਨ ਲਓ ਸਾਨੂੰ ਔਰੰਗਜ਼ੇਬ ਗ੍ਰਿਫਤਾਰ ਨਾ ਕਰਦਾ, ਅਸੀਂ ਭਾਵੇਂ ਆਨੰਦਪੁਰ ਸਾਹਿਬ ਬੈਠੇ ਹੁੰਦੇ, ਭਾਵੇਂ ਪਟਨਾ ਸਾਹਿਬ ਬੈਠੇ ਹੁੰਦੇ,
ਸਰੀਰ ਤੇ ਫਿਰ ਵੀ ਛੱਡਣਾ ਹੀ ਸੀ। ਜਦੋਂ ਸਮਾਂ ਆ ਜਾਂਦਾ ਨਾ ਉਦੋਂ ਸਰੀਰ ਤਿਆਗਣਾ ਹੁੰਦਾ। ਇਹ ਮਤਾ ਸੋਚ ਲਓ ਵੀ ਅਸੀਂ ਦਿੱਲੀ ਆਏ ਹਾਂ ਅਤੇ ਤਾਂ ਇਹ ਸਮਾਂ ਬਣਿਆ, ਨਹੀਂ। ਜੇ ਅਸੀਂ ਕਿਤੇ ਹੋਰ ਵੀ ਰਹਿੰਦੇ, ਭਾਵੇਂ ਅਨੰਦਪੁਰ ਸਾਹਿਬ ਹੁੰਦਾ ਅਤੇ ਭਾਵੇਂ ਪਟਨਾ ਸਾਹਿਬ ਹੁੰਦੇ, ਉੱਥੇ ਵੀ ਤੇ ਤਨ ਤਿਆਗਣਾ ਹੀ ਸੀ, ਕਿਉਂਕਿ ਸਮਾਂ ਬਣ ਗਿਆ ਹੈ। ਇਸ ਕਰਕੇ ਅਸੀਂ ਸਰੀਰ ਛੱਡਣਾ ਹੈ। ਇਸ ਥਲ ਕਰ ਕੂਰਾ ਤੁਰਕਨ ਕੋ। ਪਰ ਇੱਥੇ ਅਸੀਂ ਦਿੱਲੀ ਵਿੱਚ ਤਾਂ ਸਰੀਰ ਛੱਡਣ ਲੱਗੇ ਹਾਂ ਕਿਉਂਕਿ ਜਿਹੜਾ ਇਹ ਮੁਗਲਾਂ ਦਾ ਬਾਦਸ਼ਾਹ, ਮੁਸਲਮਾਨ ਬਾਦਸ਼ਾਹ ਔਰੰਗਜ਼ੇਬ ਹੈ ਨਾ, ਇਹਨੂੰ ਝੂਠਿਆਂ ਕਰਨਾ ਦੁਨੀਆ ਦੇ ਸਾਹਮਣੇ, ਲੋਕਾਂ ਦੇ ਸਾਹਮਣੇ। ਸਰੀਰ ਤੇ ਅਸੀਂ ਛੱਡਣਾ ਹੀ ਹੈ, ਭਾਵੇਂ ਦਿੱਲੀ ਛੱਡ ਦਈਏ, ਭਾਵੇਂ ਅਨੰਦਪੁਰ ਛੱਡ ਦਿੰਦੇ, ਭਾਵੇਂ ਪਟਨਾ ਸਾਹਿਬ ਛੱਡ ਦਿੰਦੇ। ਜਦੋਂ ਸਮਾਂ ਪੂਰਾ ਹੋ ਜਾਂਦਾ ਉਦੋਂ ਸਰੀਰ ਨੂੰ ਛੱਡਣਾ ਪੈਂਦਾ। ਪਰ ਦਿੱਲੀ ਵਿੱਚ ਛੱਡਣ ਦਾ ਕਾਰਨ ਇਹ ਹੈ ਕਿ ਅਸੀਂ ਔਰੰਗਜ਼ੇਬ ਨੂੰ ਝੂਠਿਆਂ ਕਰਨਾ ਦੁਨੀਆ ਦੇ ਸਾਹਮਣੇ ਵੀ ਇਹ ਇੱਕ ਝੂਠਾ ਬਾਦਸ਼ਾਹ ਹੈ, ਤਾਂ ਅਸੀਂ ਇੱਥੇ ਤਨ ਛੱਡਣ ਲੱਗੇ ਹਾਂ। ਇਹ ਕਾਰਨ ਲਖ ਰਹੋ ਨਿਚਿੰਤ। ਇਸ ਕਰਕੇ ਇਹ ਕਾਰਨ ਜਾਣ ਲਓ। ਇਹ ਪਰਿਵਾਰ ਨੂੰ ਸਿੱਖਿਆ ਦੇ ਰਿਹਾ ਮਹਾਰਾਜ ਜੀ, ਚਿੰਤਾ ਨਹੀਂ ਕਰਨੀ ਕਿਸੇ ਤਰ੍ਹਾਂ ਦੀ। ਇਹ ਸਰੀਰ ਤੇ ਅਸੀਂ ਤਿਆਗਣਾ ਹੀ ਸੀ, ਅੱਜ ਨਹੀਂ ਤੇ ਕੱਲ੍ਹ, ਪਰ ਸਾਡੇ ਸਰੀਰ ਦਾ ਹੁਣ ਛੁੱਟ ਜਾਣਾ ਹੈ। ਚਿੰਤਾ ਨਾ ਕਰੋ, ਇਹ ਸਰੀਰ ਨਾਸਵੰਤ ਹੈ, ਇਹ ਕਿਤੇ ਵੀ ਛੁੱਟ ਸਕਦਾ ਸੀ। ਪਰ ਦਿੱਲੀ ਛੱਡਣ ਦਾ ਕਾਰਨ ਇਹ ਹੈ ਕਿ ਬਾਦਸ਼ਾਹ ਨੂੰ ਝੂਠਿਆਂ ਕਰਨਾ, ਇਸ ਕਰਕੇ ਚਿੰਤਾ ਨਹੀਂ ਕਰਨੀ ਹੈ। ਕਸ਼ਟ ਨਾ ਧਾਰੋ ਹਿਰਦੈ ਕਦੰਤ। ਤੇ ਸਾਡੇ ਪਰਿਵਾਰ ਨੂੰ ਇਹ ਗੱਲ ਕਹਿਣਾ ਵੀ ਤੁਸੀਂ ਹੁਣ ਕਸ਼ਟ ਨਾ ਸਹਿਓ, ਦੁੱਖ ਨਾ ਸਹਿਓ। ਸਾਡੇ ਸਰੀਰ ਦਾ ਚਲੇ ਜਾਣਾ ਸੁਣ ਕੇ, ਸਾਡੇ ਸਰੀਰ ਦਾ ਛੱਡ ਜਾਣਾ ਸੁਣ ਕੇ ਤੁਸੀਂ ਚਿੰਤਾ ਨਹੀਂ ਕਰਨੀ, ਫਿਕਰ ਨਹੀਂ ਕਰਨੀ, ਕਿਸੇ ਗੱਲ ਦਾ ਕੋਈ ਸ਼ੋਕ, ਕੋਈ ਦੁੱਖ ਨਹੀਂ ਮੰਨਣਾ ਹੈ। ਨਿਕਸੋ ਅਬ ਤੁਮ ਲਖੈ ਨਾ ਕੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹਨਾਂ ਦੋਨਾਂ ਸਿੱਖਾਂ ਨੂੰ, ਕਹਿਣ ਲੱਗੇ ਹੁਣ ਭਾਈ ਚਲੇ ਜਾਓ, ਹੁਣ ਤੁਹਾਨੂੰ ਕੋਈ ਨਹੀਂ ਵੇਖੇਗਾ। ਸੋ ਸਭ ਦੀਆਂ ਨਜ਼ਰਾਂ ਤੁਹਾਡੇ ਲਈ ਬੰਦ ਨੇ, ਤੁਸੀਂ ਇਸ ਜੇਲ੍ਹ ਵਿੱਚੋਂ, ਕੈਦਖਾਨੇ ਵਿੱਚੋਂ ਨਿਕਲੋ ਤੇ ਚਲੇ ਜਾਣਾ ਕਰੋ। ਸੁਨਤ ਸਿੱਖ ਤ੍ਰੈ ਗਮਨੇ ਸੋਈ। ਇਹ ਕਹਿਣ ਲੱਗੇ ਵੀ ਸੁਣ ਕੇ ਉਹ ਜਿਹੜੇ ਦੋਨੇ ਸਿੱਖ ਸਨ, ਮਹਾਰਾਜ ਸਾਹਿਬ ਜੀਆਂ ਦੇ ਬਚਨ ਸੁਣ ਕੇ ਦੋਨੇ ਚੱਲ ਪਏ ਉਸ ਵੇਲੇ। ਕਾਹਦੇ ਵਾਸਤੇ? ਮਹਾਰਾਜ ਨੇ ਆਖਿਆ ਜੇਲ੍ਹ ਵਿੱਚੋਂ ਨਿਕਲ ਜਾਓ, ਤੁਹਾਡੀ ਹਾਲੇ ਜ਼ਿੰਦਗੀ ਬਾਕੀ ਹੈ, ਤੁਸੀਂ ਹਾਲੇ ਕਈ ਕੰਮ ਕਰਨੇ ਨੇ। ਇਹ ਬਚਨ ਸੁਣ ਕੇ ਉਹ ਜਿਹੜੇ ਦੋਨੇ ਸਿੱਖ ਹਨ ਜੇਲ੍ਹ ਵਿੱਚੋਂ ਬਾਹਰ ਨਿਕਲੇ ਹਨ। ਕਿਨੋ ਨਾ ਹੇਰੇ ਵਹਿਰ ਪਿਆ ਨੇ। ਸਤਿਗੁਰਾਂ ਦਾ ਬਚਨ ਸੀ ਨਾ, ਕਾਟੀ ਬੇਰੀ ਪਗੋਂ ਤੇ ਗੁਰ ਕੀਨੀ ਬੰਦ ਖਲਾਸ। ਉਹ ਬਚਨ ਜਦੋਂ ਪੜ੍ਹਿਆ, ਬੇੜੀਆਂ ਹੱਥਕੜੀਆਂ ਖੁੱਲ੍ਹ ਗਈਆਂ। ਇਹ ਸਿੱਖ ਤੇ ਸਾਰਿਆਂ ਨੂੰ ਵੇਖਦੇ ਪਏ, ਪਰ ਸਿੱਖਾਂ ਨੂੰ ਕਿਸੇ ਨੇ ਨਹੀਂ ਵੇਖਿਆ ਹੈ। ਬੜੀ ਮੌਜ ਦੇ ਨਾਲ ਜੇਲ੍ਹ ਦੇ ਵਿੱਚੋਂ, ਕੈਦਖਾਨੇ ਦੇ ਵਿੱਚੋਂ ਬਾਹਰ ਨਿਕਲੇ ਹਨ। ਹਰਖਤ ਹਵੈ ਕਰਸ਼ ਪ੍ਰਸੁਧਾਨੇ। ਤੇ ਕਹਿਣ ਲੱਗੇ ਵੀ ਹਰਖਤ ਹੋਇਆ ਕਰ, ਬੜੇ ਖੁਸ਼ ਨੇ ਕਿ ਸਤਿਗੁਰਾਂ ਨੇ ਸਾਨੂੰ ਹੋਰ ਸੇਵਾ ਵਾਸਤੇ ਚੁਣਿਆ ਹੈ, ਅਸੀਂ ਕਿਸੇ ਸੇਵਾ ਦੇ ਹੁਣ ਕੰਮ ਆਵਾਂਗੇ। ਇਹ ਬਚਨ ਸੋਚ ਕੇ, ਸੁਣ ਕੇ, ਖੁਸ਼ ਹੋ ਕੇ ਰਸਤੇ ਦੇ ਉੱਪਰ ਚੱਲੇ ਹਨ। ਨਿਕਸ ਗਏ ਤਾਰੇ ਪੁਨ ਭਿਰੇ। ਕਹਿਣ ਲੱਗੇ ਵੀ ਨਿਕਸ ਗਏ, ਜਦੋਂ ਬਾਹਰ ਨਿਕਲੇ ਨਾ ਜੇਲ੍ਹ ਦੇ ਵਿੱਚੋਂ, ਕੈਦਖਾਨੇ ਵਿੱਚੋਂ ਸਿੱਖ ਬਾਹਰ ਨਿਕਲੇ। ਜਿਹੜੇ ਦਰਵਾਜ਼ੇ ਆਪਣੇ ਆਪ ਖੁੱਲ੍ਹੇ ਸਨ ਜੇਲ੍ਹ ਦੇ, ਸਾਰੇ ਦਰਵਾਜ਼ੇ ਆਪਣੇ ਆਪ ਹੀ ਬੰਦ ਹੋ ਗਏ। ਉਸੇ ਤਰ੍ਹਾਂ ਹੀ ਜੰਦਰੇ ਲੱਗ ਗਏ, ਸਭ ਕੁਝ ਉਸੇ ਤਰ੍ਹਾਂ ਫਿਰ ਬੰਦ ਹੋ ਗਏ ਹਨ। ਪ੍ਰਥਮ ਸਮਾਨ ਸਕਲ ਕੁਛ ਕਰੈ। ਜਿਵੇਂ ਪਹਿਲਾਂ ਸੀ ਨਾ, ਸਾਰਾ ਕੁਝ ਜੇਲ੍ਹ ਦੇ ਦਰਵਾਜ਼ੇ ਬੰਦ ਸਨ, ਜੰਦਰੇ ਲੱਗੇ ਸੰਗਲਾਂ ਦੇ ਨਾਲ, ਸਭ ਕੁਝ ਪਕਿਆਈ ਦੇ ਨਾਲ ਬੰਦ ਕੀਤਾ ਹੋਇਆ। ਇਸੇ ਤਰ੍ਹਾਂ ਹੀ ਹੁਣ ਮਹਾਰਾਜ ਸਾਹਿਬ ਜੀਆਂ ਨੇ ਐਸੀ ਕਲਾ ਵਰਤਾਈ ਹੈ ਕਿ ਜਦੋਂ ਇਹ ਸਿੱਖ ਬਾਹਰ ਨਿਕਲੇ ਤੇ ਕਹਿਣ ਲੱਗੇ, ਉਸ ਵੇਲੇ ਫਿਰ ਉਸੇ ਤਰ੍ਹਾਂ ਹੀ ਦਰਵਾਜ਼ੇ ਬੰਦ ਹੋ ਗਏ, ਉਸੇ ਤਰ੍ਹਾਂ ਫਿਰ ਜੰਦਰੇ ਲੱਗ ਗਏ। ਜਾਨ ਅੰਮ੍ਰਿਤ ਕੇ ਮੁਖ ਤੇ ਨਿਕਸਾਏ। ਮੰਨ ਲਓ ਵੀ ਇਹ ਦੋ ਸਿੱਖ ਮਹਾਰਾਜ ਨੇ ਮੌਤ ਦੇ ਮੂੰਹ ਦੇ ਵਿੱਚੋਂ ਕੱਢ ਲਿਆਂਦੇ, ਉਹਨਾਂ ਨੂੰ ਹਾਲੇ ਮਹਾਰਾਜ ਨੇ ਜੀਵਨ ਦਾਨ ਦੇਣਾ ਹੈ, ਇਸ ਕਰਕੇ ਉਹਨਾਂ ਦੋ ਸਿੱਖਾਂ ਨੂੰ ਮਹਾਰਾਜ ਨੇ ਬਾਹਰ ਕੱਢਿਆ ਹੈ। ਪੰਥ ਬਿਆਨਤ ਤੂਰਨ ਧਾਏ। ਤੇ ਸਤਿਗੁਰੂ ਪਾਤਸ਼ਾਹ ਜੀਆਂ ਦਾ ਬਚਨ ਮੰਨ ਕੇ ਇਹ ਜਿਹੜੇ ਦੋਨੋਂ ਸਿੱਖ ਨੇ ਰਸਤੇ ਦੇ ਉੱਪਰ ਬੜੀ ਕਾਹਲੀ ਨਾਲ, ਬੜੀ ਛੇਤੀ ਦੇ ਨਾਲ ਮਹਾਰਾਜ ਦਾ ਸੁਨੇਹਾ ਦੇਣ ਵਾਸਤੇ ਪਰਿਵਾਰ ਨੂੰ ਰਸਤੇ ਦੇ ਉੱਪਰ ਚੱਲੇ ਹਨ। ਪਹੁੰਚੇ ਆਨ ਜਵੈ ਲਖਨੌਰ। ਕਹਿਣ ਲੱਗੇ ਚਲਦਿਆਂ ਚਲਦਿਆਂ ਲਖਨੌਰ ਨਾਮ ਦੀ ਉਹ ਜਗ੍ਹਾ ਹੈ ਜਿੱਥੇ ਇਹ ਸਿੱਖ ਦੋਨੇ ਪਹੁੰਚੇ ਹਨ। ਦੇਖਤ ਗੁਰ ਕੁਟੰਬ ਤਿਸ ਠੌਰ। ਤੇ ਉੱਥੇ ਸਤਿਗੁਰਾਂ ਦਾ ਪਰਿਵਾਰ ਰਹਿੰਦਾ ਹੈ। ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਹੋਈ ਹੈ ਉਦੋਂ ਸਤਿਗੁਰਾਂ ਦਾ ਪਰਿਵਾਰ ਅਨੰਦਪੁਰ ਸਾਹਿਬ ਸੀ। ਕਈਆਂ ਨੇ ਲਿਖਿਆ ਵੀ ਮਹਾਰਾਜ ਦਾ ਪਰਿਵਾਰ ਉਦੋਂ ਲਖਨੌਰ ਦੇ ਵਿੱਚ ਸੀ। ਇੱਥੇ ਲਖਨੌਰ ਦਾ ਜ਼ਿਕਰ ਆਇਆ। ਇਹ ਦੋਨੇ ਸਿੱਖ ਚੱਲ ਕੇ ਲਖਨੌਰ ਪਹੁੰਚੇ। ਉੱਥੇ ਸਤਿਗੁਰਾਂ ਦੀ ਮਾਤਾ ਨਾਨਕੀ ਜੀ, ਸਤਿਗੁਰਾਂ ਦੀ ਸੁਪਤਨੀ ਮਾਤਾ ਗੁਜਰੀ ਜੀ, ਸਤਿਗੁਰਾਂ ਦੇ ਸੁਪੁੱਤਰ ਸਾਹਿਬ ਗੁਰੂ ਗੋਬਿੰਦ ਰਾਏ ਸਾਹਿਬ ਜੀ,
ਉਸ ਜਗ੍ਹਾ ਦੇ ਉੱਪਰ ਨਿਵਾਸ ਕਰਦੇ ਹਨ। तीनों बंधन कार्टिक वैसे। ਇਹਨਾਂ ਦੋਨਾਂ ਸਿੱਖਾਂ ਨੇ ਜਿਹੜੇ ਨਿਕਲ ਕੇ ਆਏ ਜੇਲ੍ਹ ਵਿੱਚੋਂ, ਇਹਨਾਂ ਨੇ ਦੋਨਾਂ ਨੇ ਮੱਥਾ ਟੇਕਿਆ ਮਾਤਾ ਜੀ ਨੂੰ, ਫਿਰ ਸਤਿਗੁਰਾਂ ਨੂੰ ਮੱਥਾ ਟੇਕ ਕੇ ਉਸ ਵੇਲੇ ਫਿਰ ਕੋਲ ਬੈਠ ਗਏ ਹਨ। ਹਨਿਓ ਗੁਰੂ ਜਿਮ ਭਾਖਿਓ ਤੈਸੇ। ਹੁਣ ਜਿਵੇਂ ਮਹਾਰਾਜ ਨੇ ਸੁਨੇਹਾ ਦਿੱਤਾ ਸੀ ਨਾ ਵੀ ਸਾਡੇ ਪਰਿਵਾਰ ਨੂੰ ਜਾ ਕੇ ਤੁਸੀਂ ਇਹ ਗੱਲ ਕਹਿਣੀ ਹੈ, ਉਹ ਸਾਰੇ ਬਚਨ ਜਿਹੜੇ ਨੇ ਇਹਨਾਂ ਦੋਨਾਂ ਸਿੱਖਾਂ ਨੇ ਜੋ ਜੋ ਦਿੱਲੀ ਵਿੱਚ ਹੋਇਆ ਉਸ ਵੇਲੇ ਦੱਸ ਦਿੱਤਾ ਹੈ। ਮਾਤ ਨਾਨਕੀ ਦੁਖ ਬਹੁ ਪਾਈ। ਮਾਤਾ ਨਾਨਕੀ ਜੀ ਨੇ ਜਦੋਂ ਸੁਣਿਆ ਵੀ ਸਾਡਾ ਪੁੱਤਰ ਜੇਲ੍ਹ ਦੇ ਵਿੱਚ ਹੈ ਤੇ ਉੱਥੇ ਬੜੇ ਜ਼ਿਆਦਾ ਕਸ਼ਟ ਨੇ, ਛਕਣ ਵਾਸਤੇ ਜਲ ਨਹੀਂ, ਛਕਣ ਵਾਸਤੇ ਪ੍ਰਸ਼ਾਦਾ ਨਹੀਂ, ਅਤੇ ਜੇਲ੍ਹ ਵੀ ਬੜੀ ਸਖਤ ਹੈ, ਇਹ ਸੁਣ ਕੇ ਸਤਿਗੁਰਾਂ ਦੀ ਮਾਤਾ ਨਾਨਕੀ ਜੀ ਬਹੁਤ ਜ਼ਿਆਦਾ ਉਸ ਵੇਲੇ ਕਸ਼ਟ ਪਾਇਆ, ਬੜੇ ਦੁਖੀ ਹੋਏ ਹਨ। ਬਾਰ-ਬਾਰ ਬੂਝੈ ਪਛਤਾਏ। ਉਸ ਵੇਲੇ ਵਾਰ-ਵਾਰ ਬੁੱਝੇ, ਵਾਰ-ਵਾਰ ਉਹਨਾਂ ਸਿੱਖਾਂ ਨੂੰ ਪੁੱਛਦੀ ਹੈ। ਉਹ ਜਿਹੜੇ ਸਿੱਖ ਚੱਲ ਕੇ ਆਏ ਨਾ, ਦੋ ਮਹਾਰਾਜ ਨੇ ਜੇਲ੍ਹ ਵਿੱਚੋਂ ਕੱਢੇ ਨੇ, ਉਹਨਾਂ ਨੂੰ ਮਾਤਾ ਜੀ ਵਾਰ-ਵਾਰ ਪੁੱਛਦੇ ਨੇ, ਨਾਲੇ ਪਛਤਾਤਾਪ ਵੀ ਕਰਦੇ, ਨਾਲੇ ਉਹਨਾਂ ਸਿੱਖਾਂ ਨੂੰ ਵਾਰ-ਵਾਰ ਆਖਦੇ ਹਨ, ਤੁਮ ਸਮ ਕਿਉਂ ਨਹਿ ਨਿਕਸਤ ਆਏ। ਕਹਿਣ ਲੱਗੇ ਕਿ ਸਿੱਖੋ, ਜਿਵੇਂ ਤੁਸੀਂ ਬਾਹਰ ਨਿਕਲ ਆਏ ਹੋ ਜੇਲ੍ਹ ਦੇ ਵਿੱਚੋਂ, ਜੰਦਰੇ ਖੁੱਲ੍ਹ ਗਏ, ਤੁਸੀਂ ਆਪੇ ਹੀ ਦੱਸ ਦਿਓ, ਜੰਦਰੇ ਖੁੱਲ੍ਹ ਗਏ, ਦਰਵਾਜ਼ੇ ਖੁੱਲ੍ਹ ਗਏ, ਤੁਸੀਂ ਬਾਹਰ ਨਿਕਲੇ ਹੋ। ਜਿਵੇਂ ਤੁਸੀਂ ਬਾਹਰ ਨਿਕਲੇ ਹੋ, ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਕਿਉਂ ਨਹੀਂ ਬਾਹਰ ਨਿਕਲੇ? ਜੇ ਤੁਸੀਂ ਨਿਕਲ ਸਕਦੇ ਸੀ ਤੇ ਮਹਾਰਾਜ ਵੀ ਤਾਂ ਨਿਕਲ ਸਕਦੇ ਸੀ, ਉਹ ਤੁਹਾਡੇ ਵਾਂਗ ਕਿਉਂ ਨਹੀਂ ਨਿਕਲ ਕੇ ਆਏ? ਤੁਸੀਂ ਨਿਕਲ ਆਏ ਹੋ, ਸਾਡੇ ਪੁੱਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਕਿਉਂ ਨਹੀਂ ਨਿਕਲ ਕੇ ਆਏ? ਇਹ ਸਵਾਲ ਕਰਦੇ ਹਨ। ਤੁਰਕ ਕੈਦ ਮੈਂ ਕਿਉਂ ਦੁੱਖ ਪਾਏ। ਤੇ ਉੱਥੇ ਮੁਗਲਾਂ ਦੀ ਕੈਦ ਵਿੱਚ ਜਾਂ ਸਮੇਂ ਦੀ ਹਕੂਮਤ ਦੇ ਕੈਦ ਵਿੱਚ ਰਹਿ ਕੇ ਕਿਉਂ ਦੁੱਖ ਪਾਉਂਦੇ ਪਏ ਨੇ? ਕਿਉਂ ਇੰਨੇ ਕਸ਼ਟ ਸਾਡੇ ਪੁੱਤਰ ਨੇ ਸਹਾਰਨਾ ਕੀਤੇ ਨੇ, ਉਹ ਕਿਉਂ ਨਹੀਂ ਨਿਕਲੇ ਜੇਲ੍ਹ ਦੇ ਵਿੱਚੋਂ ਜਿਵੇਂ ਤੁਸੀਂ ਨਿਕਲ ਆਏ ਹੋ? ਇਸ ਤਰ੍ਹਾਂ ਮਾਤਾ ਜੀ ਪੁੱਛਦੇ ਹਨ। ਸੁਣ ਤੀਨੋਂ ਸਿੱਖਿਆਂ ਨੂੰ ਸਮਝਾਈ। ਉਸ ਵੇਲੇ ਉਹ ਜਿਹੜੇ ਸਿੱਖ ਨੇ ਨਾ ਆਏ ਹੋਏ ਸਤਿਗੁਰਾਂ ਦੇ ਕੋਲੋਂ, ਉਹਨਾਂ ਨੇ ਸਮਝਾਇਆ, ਕਹਿਣ ਲੱਗੇ ਮਾਤਾ ਜੀ ਇਹਦੇ ਵਿੱਚ ਇੱਕ ਰਾਜ ਹੈ, ਇੱਕ ਬਚਨ ਹੈ ਜੋ ਅਸੀਂ ਆਪ ਜੀ ਨੂੰ ਦੱਸਦੇ ਹਾਂ, ਆਪ ਦੀ ਚੰਗੀ ਤਰ੍ਹਾਂ ਉਸ ਬਚਨ ਨੂੰ ਸਮਝਣਾ ਕਰੋ। ਕਹਿ ਕਿ ਅੰਤ ਸਮਾਂ ਨੇੜੇ ਆਈ। ਕਹਿਣ ਲੱਗੇ ਸਤਿਗੁਰਾਂ ਨੇ ਸਾਨੂੰ ਇਹ ਗੱਲ ਆਖੀ ਹੈ ਵੀ ਸਾਡੇ ਹੁਣ ਸਰੀਰ ਦਾ ਸਮਾਂ ਨੇੜੇ ਆ ਗਿਆ ਹੈ, ਅਸੀਂ ਸਰੀਰ ਤੇ ਤਿਆਗਣਾ ਹੀ ਹੈ। ਜੇ ਅਨੰਦਪੁਰ ਸਾਹਿਬ ਦੇ ਵਿੱਚ ਹੁੰਦੇ ਤਾਂ ਵੀ ਸਰੀਰ ਛੱਡਣਾ ਸੀ, ਹੋਰ ਕਿਸੇ ਜਗ੍ਹਾ ਤੇ ਹੁੰਦੇ ਤਾਂ ਵੀ ਸਰੀਰ ਛੱਡਣਾ ਸੀ, ਉਹ ਸਰੀਰ ਨੇ ਤੇ ਹੁਣ ਛੁੱਟਣਾ ਹੀ ਹੈ। ਇਸ ਕਰਕੇ ਅਸੀਂ ਜਾਣ ਬੁੱਝ ਕੇ ਇਸ ਸਰੀਰ ਨੂੰ ਦਿੱਲੀ ਵਿੱਚ ਤਿਆਗਣ ਲੱਗੇ ਹਾਂ, ਕਿਉਂਕਿ ਔਰੰਗਜ਼ੇਬ ਨੂੰ ਝੂਠਾ ਕਰਕੇ ਦੁਨੀਆ ਦੇ ਸਾਹਮਣੇ ਵਿਖਾ ਦਈਏ ਸਾਡੇ ਸਰੀਰ ਦਾ ਸਮਾਂ ਨੇੜੇ ਆ ਗਿਆ। ਇਹ ਬਚਨ ਸਤਿਗੁਰਾਂ ਨੇ ਸਾਡੇ ਨਾਲ ਕੀਤੇ ਨੇ, ਤਾਂ ਉਹ ਜੇਲ੍ਹ ਵਿੱਚੋਂ ਬਾਹਰ ਨਹੀਂ ਨਿਕਲੇ ਹਨ। ਇਹਾਂ ਤਿਆਗ ਤਨ ਕੂਰੋ ਕਰੈ। ਤੇ ਉਹਨਾਂ ਨੇ ਆਖਿਆ ਵੀ ਅਸੀਂ ਦਿੱਲੀ ਵਿੱਚ ਹੀ ਆਪਣਾ ਸਰੀਰ ਛੱਡਾਂਗੇ, ਔਰ ਇਹਨਾਂ ਸਾਰੇ ਮੁਗਲਾਂ ਨੂੰ ਔਰ ਮੁਗਲਾਂ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਝੂਠਿਆਂ ਕਰਾਂਗੇ, ਦੁਨੀਆ ਦੇ ਸਾਹਮਣੇ ਝੂਠਾ ਕਰਕੇ ਫਿਰ ਅਸੀਂ ਦੁਨੀਆ ਤੋਂ ਜਾਣਾ ਹੈ। ਰਾਜ ਤੇਜ ਤੁਰਕਨ ਕੋ ਹਰੈ। ਸਤਿਗੁਰਾਂ ਨੇ ਬਚਨ ਇਹ ਵੀ ਕੀਤੇ ਕਿ ਆਪਣੇ ਸਰੀਰ ਦਾ ਬਲੀਦਾਨ ਦੇ ਕੇ ਇਹ ਜਿਹੜੇ ਤੁਰਕਾਂ ਦਾ, ਮੁਗਲਾਂ ਦਾ ਜਿਹੜਾ ਰਾਜ ਹੈ ਨਾ, ਇਸਲਾਮੀ ਰਾਜ ਹੈ, ਇਹਦਾ ਇਸ ਵੇਲੇ ਬਹੁਤ ਜ਼ਿਆਦਾ ਤੇਜ ਪ੍ਰਤਾਪ ਹੈ। ਇਸ ਤੇਜ ਪ੍ਰਤਾਪ ਨੂੰ ਅਸੀਂ ਨਾਸ ਕਰਨਾ, ਇਹਨਾਂ ਦਾ ਰਾਜ ਵੀ ਹੁਣ ਜਾਂਦਾ ਰਹਿਣਾ, ਇਹਨਾਂ ਦਾ ਪ੍ਰਤਾਪ ਜਿਹੜਾ ਬਣਿਆ ਹੋਇਆ, ਡਰ ਬਣਿਆ ਹੋਇਆ, ਬੜਾ ਵੱਡਾ ਇਹਨਾਂ ਨੇ ਰਾਜ ਜਿਹੜਾ ਕਮਾਇਆ ਹੋਇਆ, ਇਹ ਵੀ ਇਹਨਾਂ ਦਾ ਹੁਣ ਨਾਸ ਹੋਣਾ ਹੈ। ਇਹ ਸਾਰਾ ਕੁਝ ਕਰਨ ਵਾਸਤੇ ਅਸੀਂ ਆਪਣਾ ਇਹ ਜੋ ਸਰੀਰ ਹੈ ਇਸ ਨੂੰ ਦਿੱਲੀ ਵਿੱਚ ਛੱਡਣਾ ਹੈ। ਤੁਮ ਆਨੰਦਪੁਰ ਜਾਣੇ ਕਹਿਓ। ਅਤੇ ਸਤਿਗੁਰਾਂ ਨੇ ਤੁਹਾਨੂੰ ਵੀ ਇੱਕ ਸੁਨੇਹਾ ਦਿੱਤਾ ਹੈ। ਉਸ ਵੇਲੇ ਮਾਤਾ ਨਾਨਕੀ ਜੀ ਕਹਿਣ ਲੱਗੇ ਕੀ ਹੈ ਸਾਡੇ ਵਾਸਤੇ ਸੁਨੇਹਾ ਲੈ ਕੇ ਆਏ ਹੋ? ਕਹਿਣ ਲੱਗੇ ਸਤਿਗੁਰਾਂ ਨੇ ਬਚਨ ਆਖੇ ਨੇ ਕਿ ਤੁਸੀਂ ਆਨੰਦਪੁਰ ਸਾਹਿਬ ਚਲੇ ਜਾਓ, ਹੁਣ ਇੱਥੇ ਲਖਨੌਰ ਦੇ ਵਿੱਚ ਨਾ ਰਹਿਣਾ ਕਰੋ, ਤੁਸੀਂ ਇੱਥੋਂ ਆਨੰਦਪੁਰ ਸਾਹਿਬ ਚਲੇ ਜਾਓ। ਇਹ ਸਤਿਗੁਰਾਂ ਨੇ ਬਚਨ ਆਖੇ ਹਨ। ਨਿਜਪੁਰ ਬਸੋ ਇਹੀ ਗੁਰ ਚਾਹਿਓ। ਤੇ ਸਤਿਗੁਰਾਂ ਨੇ ਬਚਨ ਆਖੇ ਨੇ ਨਿਜਪੁਰ ਬਸੋ, ਜਿਹੜਾ ਆਪਣਾ ਪਿੰਡ ਹੈ ਨਾ, ਆਪਣਾ ਨਗਰ ਆਨੰਦਪੁਰ ਸਾਹਿਬ। ਆਨੰਦਪੁਰ ਸਾਹਿਬ ਦੀ ਜ਼ਮੀਨ ਮਹਾਰਾਜ ਜੀਆਂ ਨੇ ਪੈਸੇ ਦੇ ਕੇ ਤੇ ਮੁੱਲ ਖਰੀਦੀ ਹੈ, ਗੁਰੂ ਘਰ ਦੇ ਨਾਮ ਦੇ ਨਾਲ ਉਸ ਦਾ ਪਟਾ ਕਰਵਾਇਆ ਤੇ ਉੱਥੇ ਆਨੰਦਪੁਰ ਸਾਹਿਬ ਨੂੰ ਵਸਾਇਆ ਹੈ। ਸਤਿਗੁਰਾਂ ਨੇ ਆਖਿਆ ਉਹ ਆਪਣਾ ਨਗਰ ਹੈ, ਆਪਾਂ ਮੁੱਲ ਖਰੀਦਿਆ ਹੈ ਉਸ ਜ਼ਮੀਨ ਨੂੰ, ਅਸੀਂ ਆਨੰਦਪੁਰ ਸਾਹਿਬ ਨੂੰ ਵਸਾ ਕੇ ਆਏ ਹਾਂ, ਉਸੇ ਜਗ੍ਹਾ ਨੂੰ ਹੁਣ ਤੁਸੀਂ ਜਾ ਕੇ ਸਾਂਭੋ ਅਤੇ ਉੱਥੇ ਜਾ ਕੇ ਆਪਣਾ ਸਮਾਂ ਬਤੀਤ ਕਰੋ। ਇਸ ਕਰਕੇ ਇਹ ਸਤਿਗੁਰਾਂ ਦੇ ਬਚਨ ਹਨ। ਸਾਸ ਨੁਖਾ ਦੋਨੋਂ ਦੁਖ ਪਾਵੇ। ਕਹਿਣ ਲੱਗੇ ਉਸ ਵੇਲੇ ਸੋ ਸਤਿਗੁਰਾਂ ਦੀ ਮਾਤਾ ਨਾਨਕੀ ਜੀ ਇਹ ਬਚਨ ਸੁਣ ਕੇ ਬੜੇ ਦੁਖੀ ਹੋਏ, ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦੀ ਸੁਪਤਨੀ ਸੋ ਮਾਤਾ ਗੁਜਰੀ ਜੀ ਉਹ ਵੀ ਸੁਣ ਕੇ ਬੜੇ ਦੁਖੀ ਹੋਏ। ਇਹ 9 ਸੱਸ ਨੇ ਜਦੋਂ ਬਚਨ ਸੁਣੇ ਨਾ ਕਿ ਸਤਿਗੁਰਾਂ ਨੇ ਆਖਿਆ ਵੀ ਸਾਡੇ ਹੁਣ ਸਰੀਰ ਛੱਡਣ ਦਾ ਸਮਾਂ ਆ ਗਿਆ,
ਇਹ ਸੁਣ ਕੇ ਦੋਨੇ ਜਾਣੀਆਂ ਬੜੀਆਂ ਦੁੱਖ ਦੇ ਸਹਿਤ ਹੋਈਆਂ ਹਨ। ਕਹਾਂ ਕਰੀਗਤ ਸਤਿਗੁਰ ਧਿਆਵੈ। ਕਹਿਣ ਲੱਗੇ ਵੀ ਸਤਿਗੁਰਾਂ ਨੇ ਇਹ ਕੀ ਕੀਤਾ ਹੈ, ਜਾਣਿਆ ਨਹੀਂ ਜਾਂਦਾ। ਇਹ ਸਤਿਗੁਰੂ ਕੀ ਕਲਾ ਵਰਤਾਉਣ ਲੱਗੇ ਨੇ, ਕੀ ਕੌਤਕ ਕਰਨ ਲੱਗੇ ਨੇ, ਇਹ ਕਲਾ ਇਹ ਕੌਤਕ ਜਾਣੇ ਨਹੀਂ ਜਾਂਦੇ ਹਨ। ਬਾਲ ਸਰੂਪ ਕਹਿਓ ਗੁਰ ਪੂਰੇ। ਸਤਿਗੁਰੂ ਪਾਤਸ਼ਾਹ ਜਿਹੜੇ ਇਸ ਵੇਲੇ ਬਾਲਕ ਸਰੂਪ ਦੇ ਵਿੱਚ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ 9 ਸਾਲ ਦੀ ਉਮਰਾ ਵਿਦਵਾਨਾਂ ਨੇ ਲਿਖੀ ਹੈ। ਜਦੋਂ ਮਹਾਰਾਜ ਨੇ ਸਰੀਰ ਛੱਡਿਆ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ 9 ਸਾਲ ਦੀ ਉਮਰ ਦੇ ਵਿੱਚ ਸਨ। ਸਾਹਿਬ ਗੋਬਿੰਦ ਰਾਏ ਜੀ ਉਸ ਵੇਲੇ ਉਹਨਾਂ ਨੂੰ ਪਤਾ ਨਹੀਂ ਹੈ, ਉਹ ਪੁੱਛਣ ਲੱਗ ਪਏ, ਸਵਾਲ ਕਰਦੇ ਹਨ। ਹੈ ਆਨੰਦਪੁਰ ਕੇਤਕ ਦੂਰੇ। ਕਹਿਣ ਲੱਗੇ ਦਾਦੀ ਮਾਂ ਇੱਥੋਂ ਆਨੰਦਪੁਰ ਸਾਹਿਬ ਕਿੰਨਾ ਕੁ ਦੂਰ ਹੈ। ਸੋ ਪਿਤਾ ਦਾ ਹੁਕਮ ਆਇਆ ਵੀ ਤੁਸੀਂ ਆਨੰਦਪੁਰ ਸਾਹਿਬ ਜਾ ਕੇ ਰਹਿਣਾ। ਇਸ ਜਿੱਥੇ ਆਪਾਂ ਬੈਠੇ ਹਾਂ ਇੱਥੋਂ ਆਨੰਦਪੁਰ ਕਿੰਨਾ ਕੁ ਦੂਰ ਹੈ, ਉਹ ਆਪ ਜੀ ਦੱਸਣਾ ਕਰੋ। ਤਹਿ ਰਮਣੀਕ ਥਾਨ ਕਹਿ ਨਾਹੀਂ। ਉਹ ਥਾਂ ਬੜਾ ਰਮਣੀਕ ਹੈ, ਬੜਾ ਸੋਹਣਾ ਹੈ, ਹਰਿਆਵਲਤਾ ਵਾਲਾ, ਬੜਾ ਦੂਜਾ ਆਨੰਦ ਲੈਣ ਵਾਲਾ। ਉਹ ਇਹੋ ਜੀ ਜਗ੍ਹਾ ਹੈ ਕਿ ਇਹੋ ਜੀ ਜਗ੍ਹਾ ਨਹੀਂ ਹੈ। ਇਹ ਸਵਾਲ ਕੀਤਾ ਗੋਬਿੰਦ ਰਾਏ ਜੀਆਂ ਨੇ, ਪੁੱਛਣ ਲੱਗ ਪਏ। ਕਹਿਣ ਲੱਗੇ ਵੀ ਆਨੰਦਪੁਰ ਸਾਹਿਬ ਵਿੱਚ ਕਿੰਨੀ ਕੁ ਸੋਹਣੀ ਜਗ੍ਹਾ ਹੈ, ਕਿਹੋ ਜੀ ਜਗ੍ਹਾ ਹੈ, ਕਿਹੋ ਜਿਹਾ ਉੱਥੋਂ ਦੇ ਲੋਕ ਨੇ, ਕਿਹੋ ਜਿਹਾ ਉੱਥੋਂ ਦਾ ਵਾਤਾਵਰਨ ਮੌਸਮ ਹੈ, ਸੋਹਣਾ ਹੈ ਕਿ ਨਹੀਂ ਹੈ, ਇਹ ਪੁੱਛਦੇ ਹਨ। ਸਤਿਗੁਰ ਪੁਰ ਵਸਾਏ ਜਿਸ ਮਾਹੀ। ਜਿਸ ਥਾਂ ਦੇ ਉੱਪਰ ਸਤਿਗੁਰਾਂ ਨੇ ਨਗਰ ਵਸਾਇਆ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਜਿਸ ਨੂੰ ਆਖਿਆ ਜਾਂਦਾ ਹੈ, ਉਹ ਥਾਂ ਕਿੰਨੀ ਕੁ ਸੋਹਣੀ ਹੈ, ਕਿੰਨੀ ਕੁ ਚੰਗੀ ਹੈ, ਉਹ ਸਾਨੂੰ ਦੱਸਣਾ ਕਰੋ। ਪਹੁੰਚਨ ਬਸਵੇ ਆਏ ਸੁਦੀਨ। ਤੇ ਸਤਿਗੁਰਾਂ ਨੇ ਆਖਿਆ ਵੀ ਤੁਸੀਂ ਜਾਓ, ਜਾ ਕੇ ਆਨੰਦਪੁਰ ਸਾਹਿਬ ਦੇ ਵਿੱਚ ਵਸਣਾ ਕਰੋ। ਇਹ ਆਗਿਆ ਹੀ ਹੈ ਮਹਾਰਾਜ ਦੀ। ਜੇ ਇਹ ਆਗਿਆ ਵੀ ਆਨੰਦਪੁਰ ਸਾਹਿਬ ਚੱਲ ਕੇ ਰਹੀਏ ਤੇ ਫਿਰ ਆਨੰਦਪੁਰ ਸਾਹਿਬ ਹੈ ਕਿਹੋ ਜਿਹਾ, ਇਹ ਸਾਨੂੰ ਦੱਸੋ ਵੀ ਉਹ ਕਿੰਨਾ ਕੁ ਸੋਹਣਾ ਹੈ ਜਿੱਥੇ ਰਹਿਣ ਦਾ ਹੁਕਮ ਹੈ। ਤੋ ਹਮ ਜਾਏ ਤਾਂ ਹਿਤ ਕੀ। ਅਸੀਂ ਤਾਂ ਉੱਥੇ ਜਾਵਾਂਗੇ ਜੇ ਉਹ ਜਗ੍ਹਾ ਇਸ ਜਗ੍ਹਾ ਤੋਂ ਚੰਗੀ ਹੋਵੇਗੀ। ਹੁਣ ਆਪਾਂ ਲਖਨੌਰ ਦੇ ਵਿੱਚ ਬੈਠੇ ਹਾਂ, ਇਹ ਜਗ੍ਹਾ ਸਾਨੂੰ ਬੜੀ ਚੰਗੀ ਲੱਗੀ ਹੈ, ਪਰ ਅਸੀਂ ਆਨੰਦਪੁਰ ਸਾਹਿਬ ਤਾਂ ਜਾਵਾਂਗੇ ਜੇ ਉਹ ਜਗ੍ਹਾ ਇਸ ਤੋਂ ਵੀ ਚੰਗੀ ਹੋਵੇਗੀ। ਕਿ ਜੇ ਤੇ ਚੰਗੀ ਜਗ੍ਹਾ ਫਿਰ ਸਾਨੂੰ ਉਹਦੇ ਬਾਰੇ ਦੱਸਣਾ ਕਰੋ। ਦੋਨੋਂ ਮਾਤਨ ਸੋ ਕਹਿ ਮੈਂ। ਆਪਣੀਆਂ ਦੋਨੇ ਮਾਤਾਵਾਂ ਨੂੰ, ਦਾਦੀ ਮਾਂ ਮਾਤਾ ਨਾਨਕੀ ਜੀ ਔਰ ਆਪਣੀ ਮਾਤਾ ਗੁਜਰੀ ਜੀ, ਦੋਵਾਂ ਦੇ ਨਾਲ ਮਹਾਰਾਜ ਨੇ ਬਚਨ ਆਖੇ ਹਨ। ਮਾਨੋ ਬਾਗ ਚਿੰਤ ਕੋ ਹੈ ਨ। ਪੜੋ। ਮਾਨੋ ਬਾਗ ਚਿੰਤ ਕੋ ਹੈ ਨ। ਸੋ ਕਹਿਣ ਲੱਗੇ ਵੀ ਮੰਨ ਲਓ ਸਤਿਗੁਰਾਂ ਨੇ ਇਹ ਬਚਨ ਤਾਂ ਕੀਤੇ ਨੇ, ਉਹਨਾਂ ਨੇ ਇਹ ਜਨਾਇਆ ਵੀ ਸਾਡੇ ਪਿਤਾ ਦੇ ਸਰੀਰ ਛੱਡ ਜਾਣ ਕਰਕੇ ਸਾਨੂੰ ਚਿੰਤਾ ਕੋਈ ਨਹੀਂ ਹੈ। ਸਤਿਗੁਰੂ ਭਾਵੇਂ ਉਮਰਾ ਬਾਲਕ ਅਵਸਥਾ ਹੈ, ਪਰ ਬ੍ਰਹਮ ਗਿਆਨ ਦੀ ਅਵਸਥਾ ਦੇ ਮਾਲਕ ਨੇ, ਚਿੰਤਾ ਕੋਈ ਨਹੀਂ ਹੈ। ਇਹ ਗੱਲ ਸੁਣ ਕੇ ਵੀ ਸਾਡੇ ਪਿਤਾ ਜੀ ਸਰੀਰ ਛੱਡ ਚੱਲੇ, ਇਹ ਬਚਨ ਤਾਂ ਕਹਿ ਰਹੇ ਨੇ ਦੁਨੀਆ ਨੂੰ ਪਤਾ ਲੱਗ ਜਾਵੇ ਕਿ ਸਾਡੇ ਪਿਤਾ ਦੇ ਸਰੀਰ ਛੁੱਟ ਜਾਣ ਦਾ ਸਾਨੂੰ ਫਿਕਰ ਕੋਈ ਨਹੀਂ, ਚਿੰਤਾ ਕੋਈ ਨਹੀਂ ਹੈ। ਇਹ ਦੁਨੀਆ ਦੇ ਵਿੱਚ ਮੋਹ ਮਮਤਾ ਨੂੰ ਅਸੀਂ ਤਿਆਗਿਆ ਹੋਇਆ। ਇਹ ਤਾਂ ਬਚਨ ਮਹਾਰਾਜ ਜੀਆਂ ਨੇ ਆਖੇ ਹਨ। ਹਾਂ ਕਹਾਂ ਲਗ ਦੁਰ ਹਮ ਰਹਿ। ਮਹਾਰਾਜ ਕਹਿਣ ਲੱਗੇ ਮਾਤਾ ਜੀ ਇੱਥੇ ਕਿੰਨਾ ਕੁ ਚਿਰ ਛੁਪ ਕੇ ਆਪਾਂ ਰਵਾਂਗੇ। ਜੇ ਆਪਾਂ ਆਖੀ ਵੀ ਇੱਥੇ ਪਹਾੜੀਆਂ ਵਿੱਚ ਛੁਪੇ ਰਹੀਏ, ਸਾਨੂੰ ਕੋਈ ਲੱਭੇ ਨਾ, ਕੋਈ ਵੇਖੇ ਨਾ, ਇਹ ਗੱਲ ਬਣਦੀ ਨਹੀਂ ਹੈ। ਕਿੰਨਾ ਕੁ ਚਿਰ ਅਸੀਂ ਛੁਪ ਕੇ ਰਵਾਂਗੇ? ਬਿਲਕੁਲ ਨਹੀਂ ਛੁਪਾਂਗੇ। ਅਸੀਂ ਤੇ ਬਿਲਕੁਲ ਸਾਹਮਣੇ ਰਵਾਂਗੇ। ਅਸੀਂ ਕੋਈ ਚੋਰ ਨਹੀਂ ਆ, ਅਸੀਂ ਕੋਈ ਡਾਕੂ ਨਹੀਂ ਆ ਵੀ ਡਰ ਕੇ ਰਹਿਣਾ ਕਰੀਏ। ਅਸੀਂ ਛੁਪ ਕੇ ਬਿਲਕੁਲ ਨਹੀਂ ਰਵਾਂਗੇ। ਇਸ ਕਰਕੇ ਇੱਥੇ ਰਹਿਣਾ ਵੀ ਸਾਨੂੰ ਠੀਕ ਨਹੀਂ ਲੱਗਦਾ ਹੈ। ਇਹ ਜਿਹੜੇ ਬਚਨ ਨੇ ਸਾਹਿਬ ਗੋਬਿੰਦ ਰਾਏ ਜੀ ਉਸ ਵੇਲੇ ਆਖਦੇ ਹਨ। ਪਿਤ ਕੋ ਪਲਟਾ ਲੈਵੇ ਚਾਹੇ। ਅਤੇ ਇਸੇ ਤਰ੍ਹਾਂ ਅਸੀਂ ਆਪਣੇ ਪਿਤਾ ਦਾ ਬਦਲਾ ਵੀ ਲੈਣਾ ਹੈ। ਅੱਜ ਸਾਡੇ ਪਿਤਾ ਨੇ ਸ਼ਾਂਤਮਈ ਸ਼ਹੀਦੀ ਦਿੱਤੀ ਹੈ ਨਾ, ਇਹਦਾ ਮਤਲਬ ਇਹ ਨਹੀਂ ਹੈ ਵੀ ਗਾਂ ਇਸੇ ਤਰ੍ਹਾਂ ਸ਼ਾਂਤਮਈ ਸ਼ਹੀਦੀ ਦੇਈ ਜਾਵਾਂਗੇ। ਗਾਂ ਅਸੀਂ ਸ਼ਸਤਰ ਵੀ ਚੁੱਕਾਂਗੇ ਔਰ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਵੀ ਲੈਣਾ ਹੈ। ਅੱਜ ਜਿਵੇਂ ਜਿਵੇਂ ਇਹਨਾਂ ਨੇ ਵਾਅਦੇ ਕੀਤੇ ਨੇ, ਕੱਲ੍ਹ ਨੂੰ ਇਹਨਾਂ ਦੇ ਵਾਅਦਿਆਂ ਨੂੰ ਉਸੇ ਤਰ੍ਹਾਂ ਮੋੜਨਾ ਵੀ ਹੈ, ਕਿਉਂਕਿ ਇਹ ਲੋਕ ਪਿਆਰ ਦੀ ਭਾਸ਼ਾ ਨਹੀਂ ਸਮਝ ਸਕਦੇ, ਸ਼ਾਂਤੀ ਦਾ ਇਹ ਸੁਨੇਹਾ ਨਹੀਂ ਸਮਝ ਸਕਦੇ। ਇਹ ਲੋਕ ਸ਼ਸਤਰ ਦੀ ਭਾਸ਼ਾ ਸਮਝਦੇ। ਇਸ ਕਰਕੇ ਸ਼ਸਤਰ ਚੁੱਕਾਂਗੇ ਅਤੇ ਇਹਨਾਂ ਨੂੰ ਸਮਝਾਵਾਂਗੇ। ਅੱਜ ਵੀ ਕਈ ਵਾਰੀ ਆਖਿਆ ਜਾਂਦਾ ਨਾ, ਕੋਈ ਧਰਨਾ ਲੱਗਦਾ ਤੇ ਵੱਡਾ ਸਾਰਾ ਝੰਡਾ ਫੜਿਆ ਜਾਂਦਾ, ਝੰਡੇ ਦੇ ਉੱਪਰ ਲਿਖਿਆ ਜਾਂਦਾ ਰੋਸ, ਵੀ ਸਾਨੂੰ ਰੋਸ ਹੈ। ਪਰ ਗੁਰਮੁਖੋ ਰੋਸ ਜਿਹੜਾ ਸ਼ਬਦ ਹੈ ਨਾ, ਇਹ ਰੋਸ ਆਪਣਿਆਂ 'ਤੇ ਹੁੰਦਾ, ਆਪਣੇ ਪਰਿਵਾਰ 'ਤੇ। ਕੋਈ ਰੁੱਸ ਜਾਵੇ, ਪਰਿਵਾਰ ਦਾ ਮੈਂਬਰ ਆਖੇ ਮੈਂ ਤਾਂ ਰੁੱਸਿਆ ਹੋਇਆ, ਮੈਨੂੰ ਤਾਂ ਰੋਸ ਹੈ, ਅਤੇ ਉਹ ਪਰਿਵਾਰ ਦੇ ਮੈਂਬਰ ਮਨਾਉਂਦੇ ਨੇ ਵੀ ਤੂੰ ਰੁੱਸ ਨਾ, ਲੈ ਤੈਨੂੰ ਅਸੀਂ ਖਾਣ ਵਾਸਤੇ ਕੀ ਤੂੰ ਚਾਹਣਾ ਦੇ ਦਿੰਦੇ, ਕਿਹੜੀ ਵਸਤੂ ਚਾਹੀਦੀ ਹੈ, ਰੁੱਸਿਆ ਕਿਉਂ ਹੈ। ਸਾਡੇ ਪਰਿਵਾਰ ਦੇ ਮੈਂਬਰ ਉਹ ਸਾਡਾ ਰੋਸ ਦੂਰ ਕਰਨ ਵਾਸਤੇ ਸਾਨੂੰ ਵਸਤੂਆਂ ਦਿੰਦੇ ਨੇ
ਵੀ ਤੂੰ ਰੁੱਸ ਨਾ, ਪਰ ਤੂੰ ਵਸਤੂ ਲੈ ਲਾ ਜਿਹੜੀ ਚਾਹੀਦੀ ਹੈ। ਰੁੱਸਿਆ ਆਪਣੇ ਪਰਿਵਾਰ ਦੇ ਨਾਲ ਜਾਂਦਾ ਹੈ, ਤੇ ਜੇ ਕੋਈ ਆਖੇ ਵੀ ਦੂਜੇ ਪਿੰਡ ਦੇ ਲੋਕਾਂ ਨਾਲ ਰੁੱਸ ਪਿਆ ਹਾਂ, ਤੇ ਉਹ ਦੂਜੇ ਪਿੰਡ ਵਾਲੇ ਮਨਾਉਣ ਥੋੜ੍ਹੀ ਆਉਣਗੇ। ਉਹ ਤਾਂ ਕਹਿਣਗੇ ਰੁੱਸਿਆ ਤੇ ਰੁੱਸਿਆ ਰਹੋ, ਅਸੀਂ ਤੇਰੇ ਤੋਂ ਕੀ ਲੈਣਾ। ਰੋਸ ਆਪਣੇ ਪਰਿਵਾਰ ਨਾਲ ਹੁੰਦਾ, ਰੋਸ ਆਪਣਿਆਂ ਨਾਲ ਹੁੰਦਾ, ਬਗਾਨਿਆਂ ਨਾਲ ਰੋਸ ਨਹੀਂ ਹੁੰਦਾ, ਬਗਾਨਿਆਂ ਨਾਲ ਬਦਲਾ ਹੁੰਦਾ। ਇਹ ਬਚਨ ਜਿਹੜਾ ਸਮਝਣਾ ਚਾਹੀਦਾ। ਅੱਜ ਵੀ ਅਸੀਂ ਉਹ ਰੋਸ ਦਾ ਝੰਡਾ ਚੁੱਕ ਕੇ ਤੁਰੇ ਫਿਰਦੇ, ਸਾਨੂੰ ਰੋਸ ਹੈ, ਪਰ ਰੋਸ ਤੇ ਤਾਂ ਹੈ ਨਾ ਜੇ ਆਪਣਿਆਂ ਤੇ ਕਰਦੇ ਪਏ, ਪਰ ਰੋਸ ਤੇ ਵਿਰੋਧੀਆਂ ਦੇ ਨਾਲ। ਉੱਥੇ ਰੋਸ ਨਹੀਂ ਹੈ, ਉੱਥੇ ਜਾਂ ਤੇ ਫਿਰ ਬਦਲਾ ਹੈ ਜਾਂ ਫਿਰ ਵੈਰ ਹੈ। ਇਹ ਸਮਝਣ ਵਾਲੇ ਸ਼ਬਦ ਨੇ, ਲਿਖਤੇ ਲੈਂਦੇ ਪਰ ਭਾਵ ਕੀ ਹੈ ਇਹਨੂੰ ਨਹੀਂ ਅਸੀਂ ਜਾਣਦੇ। ਰੋ ਵਿਚਾਰ ਸਤਿਗੁਰੂ ਇੱਥੇ ਕਹਿ ਰਹੇ ਨੇ, ਕਹਿਣ ਲੱਗੇ ਅੱਜ ਸਾਡੇ ਪਿਤਾ ਨੇ ਸ਼ਹੀਦੀ ਦਿੱਤੀ ਹੈ, ਇਹਦਾ ਮਤਲਬ ਇਹ ਨਹੀਂ ਵੀ ਅਸੀਂ ਲੁਕ ਛਿਪ ਕੇ ਦਿਨ ਕੱਢਾਂਗੇ, ਅਸੀਂ ਤੇ ਸਾਹਮਣੇ ਰਵਾਂਗੇ ਔਰ ਆਪਣੇ ਪਿਤਾ ਦਾ ਬਦਲਾ ਲੈਣਾ ਹੈ। ਕਰੋ ਤੁਰਕ ਕੀ ਜਰਾ ਉਖਾਰਨ। ਸਤਿਗੁਰਾਂ ਨੇ ਛੋਟੀ ਉਮਰ ਦੇ ਵਿੱਚ, ਗੁਰਮੁਖੋ 9-10 ਸਾਲ ਦੀ ਉਮਰ ਆ, ਕੋਈ ਬਹੁਤੀ ਵੱਡੀ ਨਹੀਂ, ਬੜਾ ਵੱਡਾ ਬਚਨ ਕੀਤਾ। ਕਹਿਣ ਲੱਗੇ ਮਾਤਾ ਜੀ ਸਮਾਂ ਆਵੇਗਾ ਮੈਂ ਇਹਨਾਂ ਮੁਗਲਾਂ ਦੀਆਂ ਜੜ੍ਹਾਂ ਪੱਟ ਦੇਵਾਂਗਾ। ਸਾਹਿਬ ਗੋਬਿੰਦ ਰਾਏ ਸਾਹਿਬ ਜੀਆਂ ਦੇ ਜੀਵਨ ਨੂੰ ਧਿਆਨ ਵਿੱਚ ਰੱਖ ਕੇ ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਪਿਤਾ ਦੀ ਸ਼ਹੀਦੀ ਦਾ ਸੁਨੇਹਾ ਆ ਗਿਆ ਵੀ ਅਸੀਂ ਸ਼ਹੀਦ ਹੋ ਚੱਲੇ ਹਾਂ। ਇਹੋ ਜਿਹਾ ਬਚਨ ਸੁਣ ਕੇ ਅੱਗੋਂ ਜਵਾਬ ਦਿੰਦੇ ਪਏ, ਕਹਿਣ ਲੱਗੇ ਮਾਤਾ ਜੀ ਸਮਾਂ ਆਵੇਗਾ ਨਾ ਅਸੀਂ ਇਹਨਾਂ ਮੁਗਲਾਂ ਦੀਆਂ ਜੜ੍ਹਾਂ ਪੁੱਟ ਦਿਆਂਗੇ, ਰਹਿਣ ਨਹੀਂ ਦੇਵਾਂਗੇ। ਐਸੇ ਵਿਵਾਕੀ ਵਾਲੇ ਬਚਨ, ਨਿਡਰਤਾ ਵਾਲੇ ਬਚਨ ਸਤਿਗੁਰਾਂ ਨੇ ਆਖੇ ਹਨ। ਮਾਰਨ ਕਰੋ ਜੰਗ ਰਚਦਾਰ। ਅਸੀਂ ਇਹੋ ਜਿਹਾ ਭਿਆਨਕ ਜੰਗ ਰਚਾਂਗੇ, ਇਹੋ ਜਿਹੇ ਜੰਗ ਦੀਆਂ ਖੇਡਾਂ ਖੇਡਾਂਗੇ ਵੀ ਜੰਗ ਵਿੱਚ ਘੇਰ ਘੇਰ ਕੇ ਇਹਨਾਂ ਨੂੰ ਮਾਰਾਂਗੇ, ਇਹਨਾਂ ਨੂੰ ਭੱਜਣ ਨਹੀਂ ਦੇਵਾਂਗੇ। ਜੰਗ ਦੇ ਮੈਦਾਨ ਰਚਾਂਗੇ। 14 ਜੰਗਾਂ ਲੜੀਆਂ 10ਵੇਂ ਪਾਤਸ਼ਾਹ ਮਹਾਰਾਜ ਨੇ, ਤੇ 14 ਜੰਗਾਂ ਵਿੱਚੋਂ ਇੱਕ ਵੀ ਜੰਗ ਵਿੱਚ ਹਾਰ ਨਹੀਂ ਖਾਧੀ। 14 ਜੰਗਾਂ ਵਿੱਚ ਜਿੱਤ ਪ੍ਰਾਪਤ ਕੀਤੀ। ਦੁਸ਼ਮਣ ਨੂੰ ਅੱਗੇ ਲਾ ਲਾ ਕੇ ਭਜਾ ਕੇ ਮੌਤ ਦੇ ਘਾਟ ਉਤਾਰਿਆ। ਕਹਿਣ ਲੱਗੇ ਬੜੇ ਭਿਆਨਕ ਜੰਗ ਕਰਾਂਗੇ ਅਤੇ ਜੰਗ ਦੇ ਵਿੱਚ ਇਹਨਾਂ ਵੈਰੀਆਂ ਦਾ ਸਫਾਇਆ ਕਰਾਂਗੇ। ਅਬ ਲਖਨੌਰ ਵਿਖੇ ਨਹਿ ਬਸਣਾ। ਅਸੀਂ ਹੁਣ ਲਖਨੌਰ ਵਿੱਚ ਨਹੀਂ ਰਹਿਣਾ, ਬੜਾ ਸਮਾਂ ਇੱਥੇ ਅਸੀਂ ਕੱਢ ਲਿਆ, ਹੁਣ ਸਾਡਾ ਲਖਨੌਰ ਵਿੱਚ ਮਨ ਨਹੀਂ ਲੱਗਦਾ ਹੈ। ਉਚਰਿਓ ਪਿਤਾ ਆਪ ਜੋ ਰਸਨ। ਅਤੇ ਇਸੇ ਤਰ੍ਹਾਂ ਉਚਰਿਓ ਪਿਤਾ, ਸਾਡੇ ਪਿਤਾ ਨੇ ਜੋ ਆਖਿਆ ਨਾ ਵੀ ਅਨੰਦਪੁਰ ਸਾਹਿਬ ਚੱਲੋ, ਅਸੀਂ ਤੇ ਹੁਣ ਉਹੀ ਬਚਨ ਮੰਨਾਂਗੇ। ਅਸੀਂ ਲਖਨੌਰ ਦੇ ਵਿੱਚ ਨਹੀਂ ਰਹਿਣਾ, ਸਾਡਾ ਹੁਣ ਮਨ ਕਰਦਾ ਹੈ ਛੇਤੀ ਨਾਲ ਅਨੰਦਪੁਰ ਸਾਹਿਬ ਚੱਲੀਏ, ਕਿਉਂਕਿ ਸਾਡੇ ਪਿਤਾ ਦੇ ਬਚਨ ਹਨ। ਸੁਣ ਦਵੈ ਮਾਤਨ ਡਰ ਕੋ ਪਾਵੈ। ਜਦੋਂ ਮਾਤਾ ਜੀ ਨੇ ਸੁਣੇ ਨਾ ਬਚਨ ਤੇ ਡਰ ਗਈਆਂ ਮਨ ਦੇ ਵਿੱਚ, ਦੋਵੇਂ ਮਾਤਾਵਾਂ ਹੀ ਡਰ ਗਈਆਂ, ਕਿਉਂਕਿ ਮਾਤਾ ਨਾਨਕੀ ਜੀ ਦੇ ਮਨ ਵਿੱਚ ਵਿਚਾਰ ਰਿਹਾ ਵੀ ਪੁੱਤਰ ਤੇ ਪਹਿਲਾਂ ਸ਼ਹੀਦੀ ਦਿੰਦਾ ਪਿਆ, ਅੱਗੋਂ ਪੋਤਰਾ ਵੀ ਜੰਗ ਕਰਨ ਦੀ ਗੱਲ ਕਰਦਾ ਪਿਆ। ਮਾਤਾ ਗੁਜਰੀ ਜੀ ਵੀ ਡਰ ਗਏ, ਇੱਕ ਪਾਸੇ ਤੇ ਪਤੀ ਦੀ ਸ਼ਹੀਦੀ ਦਾ ਸਮਾਂ ਨੇੜੇ ਆ ਗਿਆ, ਦੂਜੇ ਪਾਸੇ ਪੁੱਤਰ ਵੀ ਜੰਗ ਕਰਨ ਦੀਆਂ ਗੱਲਾਂ ਕਰਦਾ ਹੈ। ਇੱਕ ਇਹੋ ਜਿਹਾ ਸਮਾਂ ਆਣ ਬਣਿਆ ਹੈ। ਦੋਵੇਂ ਮਾਤਾਵਾਂ ਇਹ ਗੱਲ ਸੁਣ ਕੇ ਡਰ ਗਈਆਂ ਹਨ। ਬਹੁ ਵਿਦ ਕੈ ਸੁਤ ਕੋ ਸਮਝਾਵੇ। ਆਪਣੇ ਪੁੱਤਰ ਨੂੰ ਬਚਾ ਜਾਣ ਕੇ, ਵੀ ਸ਼ਾਇਦ ਹੋ ਸਕਦਾ ਵੀ ਬਚਪਨ ਦੇ ਵਿੱਚ ਛੋਟੀ ਉਮਰ ਦੇ ਕਰਕੇ ਬਚਨ ਕਹਿ ਲੈਣ। ਉਸ ਵੇਲੇ ਦੋਨੇ ਮਾਤਾ ਸਮਝਾਉਣ ਲੱਗ ਪਈਆਂ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਨਹੀਂ ਪੁੱਤਰ ਇਹੋ ਜਿਹੇ ਬਚਨ ਨਹੀਂ ਕਰੀਦੇ, ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ, ਜਾਂ ਐਸੋ ਜਿਹਾ ਕੰਮ ਨਹੀਂ ਕਰੀਦੇ, ਸਮਝਾਉਣ ਲੱਗੇ ਹਨ। ਇਸ ਵਿਦ ਕਹੋ ਨਾ ਕਿਸੇ ਸੁਣਾਵੋ। ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਕਿਸੇ ਨੂੰ ਸੁਣਾਓ ਨਾ। ਇਸ ਵੇਲੇ ਆਪਣੇ ਤੇ ਸਮਾਂ ਬੜਾ ਸੰਕਟ ਦਾ ਪੈ ਗਿਆ, ਦੁੱਖ ਦਾ ਪੈ ਗਿਆ। ਪਿਤਾ ਜੀਆਂ ਨੂੰ ਸਮੇਂ ਦੀ ਸਰਕਾਰ ਨੇ ਦਿੱਲੀ ਵਿੱਚ ਕੈਦ ਕੀਤਾ ਹੋਇਆ, ਇੱਧਰੋਂ ਤੁਸੀਂ ਜੰਗ ਕਰਨ ਦੀਆਂ ਗੱਲਾਂ ਕਰਦੇ ਪਏ। ਇਹੋ ਜਿਹੀਆਂ ਗੱਲਾਂ ਕਹਿ ਕੇ ਕਿਸੇ ਨੂੰ ਨਾ ਸੁਣਾਉਣਾ ਕਰੋ। ਗਹਿ ਨਾ ਆਏ ਥਿਰੋ ਸਥਾਵ। ਸੋ ਇਸ ਕਰਕੇ ਗਹਿ ਨਾ ਆਏ, ਕਿਤੇ ਆਪਾਂ ਨੂੰ ਇੱਥੇ ਆ ਕੇ ਨਾ ਪਕੜ ਲੈਣ। ਹੁਣ ਮਾਤਾ ਜੀ ਨੂੰ ਚਿੰਤਾ ਹੈ ਨਾ ਵੀ ਜੇ ਪਿਤਾ ਸਤਿਗੁਰੂ ਨੂੰ ਕੈਦ ਕੀਤਾ ਤੇ ਉਹ ਪੁੱਤਰ ਦੇ ਨਾਲ ਵੀ ਤੇ ਵੈਰ ਹੀ ਕਰਨਗੇ ਨਾ, ਪੁੱਤਰ ਨੂੰ ਛੱਡਣਗੇ ਥੋੜ੍ਹੀ। ਪੁੱਤਰ ਨੂੰ ਵੀ ਗ੍ਰਿਫਤਾਰੀ ਦਾ ਹੁਕਮ ਔਰੰਗਜ਼ੇਬ ਦੇ ਸਕਦਾ। ਇਸ ਕਰਕੇ ਪੁੱਤਰ ਜੀ ਇਹ ਜੰਗ ਯੋਧੀਆਂ ਗੱਲਾਂ ਨਾ ਕਰੋ, ਕਿਤੇ ਤੁਹਾਨੂੰ ਨਾ ਗ੍ਰਿਫਤਾਰ ਕਰਕੇ ਲੈ ਜਾਣ, ਆਪਾਂ ਇੱਥੇ ਰਹੀਏ, ਸਮਾਂ ਬਤੀਤ ਕਰੀਏ। ਇਹ ਮਾਤਾ ਜੀ ਕਹਿਣ ਲੱਗੇ ਹਨ। ਨਾ ਕੋ ਜਾਣੈ ਬਾਸ ਕਰਮ ਤੇ। ਇੱਥੇ ਕਿਸੇ ਨੂੰ ਕੋਈ ਪਤਾ ਨਹੀਂ ਵੀ ਆਪਾਂ ਇੱਥੇ ਰਹਿੰਦੇ ਹਾਂ ਕਿ ਨਹੀਂ ਰਹਿੰਦੇ ਹਾਂ, ਇੱਥੇ ਸਾਨੂੰ ਕਿਸੇ ਨੇ ਲੱਭਣਾ ਨਹੀਂ ਹੈ। ਬਸੋ ਇਕਾਕੀ ਥਲ ਸੁਖਵੰਤ। ਇਹ ਬੜਾ ਹੀ ਸੋਹਣਾ ਥਾਂ ਹੈ ਲਖਨੌਰ, ਆਪਾਂ ਇੱਥੇ ਰਹਿ ਕੇ ਸੁਖ ਪਾਈਏ, ਪਰ ਇੱਥੋਂ ਜਾਣ ਦੀ ਗੱਲ ਨਾ ਤੁਸੀਂ ਕਰੋ, ਆਪਾਂ ਇੱਥੇ ਰਹੀਏ। ਇਹ ਮਾਤਾ ਜੀ ਆਖਦੇ ਹਨ। ਸੁਨ ਗੁਰਮਾਤਨ ਕੋ ਤਵ ਕਹੈ। ਉਸ ਵੇਲੇ ਸੁਣ ਕੇ ਨਾ ਸਤਿਗੁਰਾਂ ਨੇ ਬਚਨ, ਗੋਬਿੰਦ ਰਾਏ ਸਾਹਿਬ ਜੀ ਆਪਣੀ ਦਾਦੀ ਜੀਆਂ ਤੋਂ ਸੁਣ ਕੇ, ਆਪਣੀ ਮਾਤਾ ਤੋਂ ਬਚਨ ਸੁਣ ਕੇ ਹੁਣ ਜਵਾਬ ਦੇਣ ਲੱਗੇ ਹਨ। ਪਿਤ ਬਚ ਪਰ ਹਮ ਨਿਸ਼ਚਾ ਕਹਿਣ ਲੱਗੇ ਮਾਤਾ ਜੀ ਤੁਹਾਨੂੰ ਪਿਤਾ ਦੇ ਬਚਨਾਂ ਤੇ ਭਰੋਸਾ ਨਹੀਂ ਹੈ, ਸਾਨੂੰ ਭਰੋਸਾ ਹੈ।
ਉਹਨਾਂ ਨੇ ਆਖਿਆ ਅਨੰਦਪੁਰ ਸਾਹਿਬ ਜਾ ਕੇ ਰਹੋ, ਅਨੰਦਪੁਰ ਸਾਹਿਬ ਜਾ ਕੇ ਸੰਗਤ ਦੀ ਸੰਭਾਲ ਕਰੋ, ਕੋਈ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕੇਗਾ, ਸਾਨੂੰ ਆਪਣੇ ਪਿਤਾ ਦੇ ਬਚਨਾਂ ਤੇ ਭਰੋਸਾ। ਤੁਸੀਂ ਡਰਦੇ ਮਾਰੇ ਕਹਿੰਦੇ ਹੋ ਵੀ ਆਪਾਂ ਲਖਨੌਰ ਵਿੱਚ ਰਹੀਏ, ਅਨੰਦਪੁਰ ਨਾ ਚੱਲੀਏ, ਕਿ ਤੁਹਾਨੂੰ ਪਿਤਾ ਦੇ ਬਚਨਾਂ ਤੇ ਭਰੋਸਾ ਨਹੀਂ ਹੈ? ਇਹ ਬਚਨ ਉਸ ਵੇਲੇ ਗੋਬਿੰਦ ਰਾਏ ਜੀਆਂ ਨੇ ਆਖੇ ਹਨ। ਕਹਿ ਸੋਏ ਭਵਿੱਖਤ ਮਾਹੀ। ਸੋ ਕਹੇ ਸੋ ਹੋਏ, ਜੋ ਉਹਨਾਂ ਨੇ ਬਚਨ ਕਹੇ ਨੇ ਉਹ ਹੋਣੇ ਨੇ, ਕਿਉਂਕਿ ਉਹ ਆਉਣ ਵਾਲੇ ਸਮੇਂ ਨੂੰ ਜਾਣਦੇ ਨੇ, ਭਵਿੱਖ ਨੂੰ ਜਾਣਦੇ ਨੇ। ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੋ ਉਹਨਾਂ ਨੇ ਬਚਨ ਆਖੇ ਕਹੇ ਨੇ ਉਹ ਪੂਰੇ ਹੁੰਦੇ ਹਨ। ਅਟਲ ਬਾਕ ਸੋ ਡੋਲੇ ਨਾਹੀ। ਸਾਡੇ ਪਿਤਾ ਦੇ ਬਚਨ ਅਟਲ ਨੇ, ਕਦੇ ਵੀ ਉਹ ਬਚਨ ਟਲ ਨਹੀਂ ਸਕਦੇ। ਜੋ ਉਹਨਾਂ ਨੇ ਬਚਨ ਕਹਿ ਦਿੱਤੇ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ, ਸਾਨੂੰ ਉਹਨਾਂ ਦੇ ਬਚਨਾਂ ਤੇ ਬੜਾ ਡਾਢਾ ਭਰੋਸਾ ਹੈ। ਅਸੀਂ ਜਾਣਦੇ ਹਾਂ ਕਿ ਉਹ ਬਚਨ ਕਦੇ ਵੀ ਟਲ ਨਹੀਂ ਸਕਦੇ ਹਨ। ਕਿਉਂ ਵਿਖਾਦ ਮੈਂ ਚਿੰਤਾ ਕਰੂੰ। ਇਸ ਕਰਕੇ ਕਿਉਂ ਤੁਸੀਂ ਐਵੇਂ ਝਗੜੇ ਦੇ ਵਿੱਚ ਚਿੰਤਾ ਕਰਦੇ ਪਏ, ਕਿਉਂ ਚਿੰਤਾ ਵਿੱਚ ਪਏ ਹੋਏ, ਕਿਉਂ ਤੁਸੀਂ ਇਸ ਤਰ੍ਹਾਂ ਦੀ ਹਾਲਤ ਆਪਣੀ ਬਣਾਈ ਹੋਈ ਹੋਏ ਹੈ? ਕਲਿਆਣ ਹਿਰਦੈ ਨ ਡਰੋ। ਤੇ ਇਸ ਕਰਕੇ ਕਲਿਆਣ ਹੋਵੇਗੀ, ਭਲਾ ਹੀ ਹੋਵੇਗਾ, ਸੁਖ ਹੀ ਹੋਵੇਗਾ, ਪਰ ਤੁਸੀਂ ਡਰੋ ਨਾ। ਹੁਣ ਮਾਤਾਵਾਂ ਕਹਿ ਰਹੀਆਂ ਨੇ ਵੀ ਆਪਾਂ ਜਾਣਾ ਨਹੀਂ, ਆਪਾਂ ਇੱਥੇ ਰਹੀਏ, ਪਰ ਸਤਿਗੁਰੂ ਕਹਿਣ ਲੱਗੇ ਡਰੋ ਨਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦੇ ਬਚਨਾਂ ਵਿੱਚ ਜਿਹੜਾ ਸੁਖ ਹੀ ਹੋਵੇਗਾ, ਕਿਸੇ ਤਰ੍ਹਾਂ ਦਾ ਦੁੱਖ ਨਹੀਂ ਹੈ। ਸਕਲ ਕਲਾ ਸਮਰੱਥ ਉਦਾਰੇ। ਸਤਿਗੁਰੂ ਪਾਤਸ਼ਾਹ ਜੀ ਸਾਰੀਆਂ ਕਲਾ ਦੇ ਸਮਰੱਥ ਨੇ, ਜੋ ਚਾਹਣ ਉਹ ਕਰਨ ਵਾਲੇ ਐਸੇ ਸ੍ਰੇਸ਼ਟ ਦਾਤੇ ਹਨ। ਚਾਹੇ ਸੋ ਕਰੈ ਸੋ ਪਿਤਾ ਹਮਾਰੇ। ਸਤਿਗੁਰਾਂ ਨੂੰ ਕਿੰਨਾ ਨਿਸ਼ਚਾ ਹੈ, ਕਿੰਨਾ ਭਰੋਸਾ ਹੈ। ਕਹਿਣ ਲੱਗੇ ਮਾਤਾ ਜੀ ਸਾਨੂੰ ਇੰਨਾ ਭਰੋਸਾ ਹੈ, ਜੋ ਸਾਡੇ ਪਿਤਾ ਜੀ ਕਹਿਣ ਨਾ ਬਚਨ ਮੂੰਹ, ਉਹ ਉਸੇ ਵੇਲੇ ਪੂਰਾ ਹੋਵੇਗਾ। ਉਹਨਾਂ ਦੇ ਬਚਨਾਂ ਨੂੰ ਟਾਲ ਕੋਈ ਨਹੀਂ ਸਕਦਾ, ਮੋੜ ਕੋਈ ਨਹੀਂ ਸਕਦਾ। ਜੋ ਉਹ ਬਚਨ ਕਹਿੰਦੇ ਨੇ ਉਹਨਾਂ ਦੇ ਬਚਨ 100% ਪੂਰੇ ਹੁੰਦੇ ਨੇ, ਕਦੇ ਉਹਨਾਂ ਦੇ ਬਚਨ ਨਿਸਫਲ ਨਹੀਂ ਜਾਂਦੇ। ਸਾਹਿਬ ਗੁਰੂ ਗੋਬਿੰਦ ਪਾਤਸ਼ਾਹ ਜੀਆਂ ਦਾ ਇਹ ਨਿਸ਼ਚਾ ਹੈ। ਜਦੋਂ ਨਾਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਸਵਾਲ ਕਰਕੇ ਭੇਜਿਆ ਸੀ ਨਾ, ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋਤੇ ਉਪਾਏ, ਕਹੋ ਨਾਨਕੇ ਅਬ ਊਟ ਹਰ, ਗੱਜ ਜਿਉ ਹੋ ਸਹਾਏ। ਤੇ ਉਸ ਵੇਲੇ ਜਵਾਬ ਇੰਨਾ ਨਿਸ਼ਚਾ ਰੱਖ ਕੇ, ਇੰਨਾ ਭਰੋਸਾ ਰੱਖ ਕੇ ਸਾਹਿਬ ਗੋਬਿੰਦ ਰਾਏ ਜੀਆਂ ਨੇ ਭੇਜਿਆ, ਬਲ ਹੋਵਾ ਬੰਧਨ ਛੁਟੇ, ਸਭ ਕੁਛ ਹੋਤੇ ਉਪਾਏ, ਨਾਨਕ ਸਭ ਕੁਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਇਹ ਵਿਸ਼ਵਾਸ ਦੀ ਗੱਲ ਹੈ, ਨਿਸ਼ਚੇ ਦੀ ਗੱਲ ਹੈ। ਮਨ ਵਿੱਚ ਜਾਣਦੇ ਨੇ ਜੋ ਸਾਡੇ ਪਿਤਾ ਜੀ ਨੇ ਕਰਨਾ ਉਹ ਹੋ ਜਾਣਾ ਹੈ। ਇੱਥੇ ਵੀ ਬਚਨ ਆਏ ਨੇ, ਕਹਿਣ ਲੱਗੇ ਮਾਤਾ ਜੀ ਫਿਕਰ ਨਾ ਕਰੋ, ਸਾਨੂੰ ਆਪਣੇ ਪਿਤਾ ਦੇ ਬਚਨਾਂ ਤੇ ਪੂਰਾ ਭਰੋਸਾ ਹੈ। ਜੋ ਬਚਨ ਕਹਿਣਗੇ ਉਹ ਪੂਰੇ ਹੁੰਦੇ ਹਨ। ਆਪਹਿ ਜਾਏ ਕੈਦ ਮੈਂ ਪਰੇ। ਸਤਿਗੁਰਾਂ ਨੂੰ ਕਿਸੇ ਕੈਦ ਨਹੀਂ ਕੀਤਾ। ਤੁਸੀਂ ਇਹ ਮਤਾ ਸਮਝੋ ਵੀ ਔਰੰਗਜ਼ੇਬ ਨੇ ਕੈਦ ਕਰ ਲਿਆ, ਨਹੀਂ। ਸਾਡੇ ਪਿਤਾ ਜੀ ਆਪ ਚੱਲ ਕੇ ਗਏ ਨੇ ਕੈਦ ਵਿੱਚ, ਜਾਣ ਬੁੱਝ ਕੇ ਆਪ ਕੈਦ ਵਿੱਚ ਪਏ ਨੇ। ਇਹ ਉਹਨਾਂ ਦੀ ਆਪਣੀ ਮਰਜ਼ੀ ਹੈ। ਆਪਹਿ ਤਾਂ ਤਜਵੇ ਉਰ ਧਰੇ। ਤੇ ਆਪ ਹੀ ਉਹਨਾਂ ਨੇ ਸਰੀਰ ਛੱਡਣਾ ਹੈ, ਇਹ ਉਹਨਾਂ ਦੇ ਮਨ ਦੀ ਮਰਜ਼ੀ ਹੈ। ਆ ਵੇਖੋ ਸਿੱਖਾਂ ਨੇ ਵੀ ਆ ਕੇ ਆਖਿਆ ਕਿ ਸਤਿਗੁਰਾਂ ਨੇ ਬਚਨ ਆਖੇ ਨੇ ਵੀ ਸਾਡਾ ਹੁਣ ਸਰੀਰ ਛੱਡਣ ਦਾ ਸਮਾਂ ਆ ਗਿਆ, ਅਸੀਂ ਆਪਣੀ ਮਰਜ਼ੀ ਨਾਲ ਸਰੀਰ ਛੱਡ ਕੇ ਚੱਲੇ ਹਾਂ। ਇਹ ਸਿੱਖ ਵੀ ਇਹ ਗੱਲ ਕਹਿੰਦੇ ਪਏ, ਔਰ ਅਸੀਂ ਵੀ ਤੁਹਾਨੂੰ ਇਹ ਗੱਲ ਕਹਿੰਦੇ ਹਾਂ ਕਿ ਸਾਡੇ ਪਿਤਾ ਨੂੰ ਦੁਨੀਆ ਵਿੱਚ ਕੈਦ ਕੋਈ ਨਹੀਂ ਕਰ ਸਕਦਾ, ਨਾ ਕੋਈ ਸ਼ਹੀਦ ਕਰ ਸਕਦਾ। ਉਹ ਆਪਣੀ ਮਰਜ਼ੀ ਨਾਲ ਕੈਦ ਵਿੱਚ ਪਏ ਨੇ, ਔਰ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਤਨ ਛੱਡਣਾ ਹੈ। ਇਹ ਉਹ ਮਰਜ਼ੀ ਦੇ ਮਾਲਕ ਹਨ। ਸਭ ਕੇ ਅਹਿ ਸਹਾਇਕ ਸੋਏ। ਤੇ ਸਤਿਗੁਰੂ ਪਾਤਸ਼ਾਹ ਜੀ ਸਾਰਿਆਂ ਦੀ ਸਹਾਇਤਾ ਕਰਨ ਵਾਲੇ, ਬਚਨਾਂ ਦੇ ਨਾਲ ਵੀ, ਤਨ ਕਰਕੇ ਵੀ ਔਰ ਮਨ ਕਰਕੇ ਵੀ ਸਹਾਇਤਾ ਕਰਦੇ। ਤਾਂ ਹੀ ਬਚਨ ਲਿਖੇ 10ਵੇਂ ਪਾਤਸ਼ਾਹ ਜੀਆਂ ਨੇ ਆਪਣੀ ਕਲਮ ਦੁਆਰਾ। ਕਹਿਣ ਲੱਗੇ ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਇਹ ਭਰੋਸਾ ਹੈ 10ਵੇਂ ਪਾਤਸ਼ਾਹ ਨੂੰ, ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ, ਕਿ ਸਾਡੇ ਪਿਤਾ ਦਾ ਜਿਹੜਾ ਵੀ ਨਾਮ ਜਪੇਗਾ ਉਹ ਜਿੱਥੇ ਵੀ ਹੋਵੇਗਾ ਉੱਥੇ ਉਹਦੀ ਸਹਾਇਤਾ ਹੋਵੇਗੀ। ਇੱਥੇ ਵੀ ਬਚਨ ਕਰਦੇ ਪਏ, ਕਹਿਣ ਲੱਗੇ ਵੀ ਤੁਸੀਂ ਇਹ ਚਿੰਤਾ ਨਾ ਕਰੋ ਵੀ ਸਾਡੇ ਪਿਤਾ ਨੂੰ ਸਰਕਾਰ ਨੇ ਕੈਦ ਕਰ ਲਿਆ ਜਾਂ ਉਹਨਾਂ ਨੂੰ ਸ਼ਹੀਦ ਕਰਨਗੇ ਤੇ ਤਾਂ ਸ਼ਹੀਦੀ ਹੋਣੀ ਹੈ। ਨਹੀਂ, ਉਹ ਆਪਣੀ ਮਰਜ਼ੀ ਨਾਲ ਕੈਦ ਵਿੱਚ ਗਏ ਨੇ, ਉਹਨਾਂ ਨੇ ਆਪਣੀ ਮਰਜ਼ੀ ਨਾਲ ਸ਼ਹੀਦੀ ਪਾਉਣੀ ਹੈ। ਅਤੇ ਉਹ ਤੇ ਸਾਰਿਆਂ ਦੀ ਰੱਖਿਆ ਕਰਨ ਵਾਲੇ ਨੇ, ਸਾਰਿਆਂ ਦੀ ਸਹਾਇਤਾ ਕਰਨ ਵਾਲੇ ਹਨ। ਹਿਤ ਯਤਨ ਕਰੈ ਕਾ ਕੋਈ। ਉਹਨਾਂ ਦੇ ਵਾਸਤੇ ਆਪਾਂ ਕੀ ਯਤਨ ਕਰਨਾ? ਤੁਸੀਂ ਇਹ ਮਤਾਂ ਸੋਚੋ ਵੀ ਆਪਾਂ ਕੋਈ ਮਦਦ ਕਰਾਂਗੇ ਸਤਿਗੁਰਾਂ ਦੀ, ਨਹੀਂ। ਆਪਾਂ ਉਹਨਾਂ ਦੀ ਮਦਦ ਕੋਈ ਨਹੀਂ ਕਰ ਸਕਦੇ। ਮਦਦ ਉਹਦੀ ਕੀਤੀ ਜਾਂਦੀ ਹੈ ਜਿਹੜਾ ਮਾੜਾ ਹੋਵੇ, ਜਿਹੜਾ ਆਪ ਕੁਝ ਨਾ ਕਰ ਸਕਦਾ ਹੋਵੇ। ਤੇ ਸਤਿਗੁਰੂ ਤੇ ਸਮਰੱਥ ਨੇ, ਜੋ ਚਾਹਣ ਉਹ ਕਰ ਸਕਦੇ। ਫਿਰ ਆਪਾਂ ਉਹਨਾਂ ਵਾਸਤੇ ਕੁਝ ਨਹੀਂ ਕਰ ਸਕਦੇ, ਆਪਾਂ ਉਹਨਾਂ ਦੇ ਹੁਕਮ ਦੇ ਵਿੱਚ ਰਹੀਏ, ਇਹੋ ਹੀ ਆਪਣੇ ਵਾਸਤੇ ਵੱਡੀ ਸੇਵਾ ਹੈ। ਪੰਜੈ ਰਚੈ ਜਗਤ ਕਉ ਸਾਰੇ। ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੰਨੇ ਸਮਰੱਥ ਨੇ,
ਉਹ ਚਾਹੁਣ ਤੇ ਦੁਨੀਆ ਬਣਾ ਸਕਦੇ ਨੇ, ਉਹ ਚਾਹੁਣ ਤੇ ਦੁਨੀਆ ਨਾਸ ਕਰ ਸਕਦੇ ਨੇ, ਉਹ ਭੰਨਣ ਤੇ ਘੜਨ ਦੇ ਸਮਰੱਥ ਹਨ। ਭੰਜੈ ਹੈ, ਭੰਜੈ ਤੋਂ ਭਾਵ ਭੰਨ ਦੇਣਾ, ਤੇ ਰਚੇ ਤੋਂ ਭਾਵ ਹੈ ਰਚ ਦੇਣਾ। ਉਹ ਦੁਨੀਆ ਬਣਾਉਣ ਤੇ ਦੁਨੀਆ ਸਮੇਟਣ ਦੀ ਸ਼ਕਤੀ ਰੱਖਦੇ। ਸਤਿਗੁਰੂ ਆਪ ਤੇ ਸਮਰੱਥ ਨੇ, ਉਹਨਾਂ ਦੇ ਸਿੱਖ ਸ਼ਕਤੀ ਰੱਖਦੇ ਨੇ। ਮਤੀ ਦਾਸ ਜੀ ਨੇ ਆਖਿਆ ਸੀ ਨਾ, ਮਹਾਰਾਜ ਇੱਕ ਵਾਰੀ ਆਪਣਾ ਹੁਕਮ ਦੇ ਦਿਓ, ਮੈਂ ਸਾਰੀ ਕੌਮ ਹੀ ਖਤਮ ਕਰ ਦਿਆਂਗਾ। ਇਸ ਕੌਮ ਦਾ ਬੰਦਾ ਕੋਈ ਰਹਿਣ ਹੀ ਨਹੀਂ ਦਿਆਂਗਾ। ਜਿਹੜਾ ਸਿੱਖ ਇੰਨਾ ਬਚਨ ਕਰ ਸਕਦਾ, ਉਹ ਗੁਰੂ ਕਿੰਨਾ ਵੱਡਾ ਸਮਰੱਥ ਹੈ। ਇੱਥੇ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਸਤਿਗੁਰੂ ਐਡੇ ਸਮਰੱਥ ਨੇ, ਉਹ ਚਾਹੁਣ ਤੇ ਸਭ ਨੂੰ ਇੱਕ ਵੇਲੇ ਮੇਟ ਸਕਦੇ, ਨਾਸ ਕਰ ਸਕਦੇ ਹਨ। ਤੈਨਾਂ ਅੱਗੇ ਕਿਆ ਤੁਰਕ ਵਿਚਾਰੇ। ਸਤਿਗੁਰਾਂ ਦੇ ਅੱਗੇ ਇਹ ਤੁਰਕ, ਇਹ ਮੁਗਲ ਕੀ ਨੇ? ਇਹ ਸਲਤਨਤ ਜਿਹੜੀ ਔਰੰਗਜ਼ੇਬ ਦੀ ਹੈ, ਬਾਦਸ਼ਾਹੀ, ਉਹਦੀਆਂ ਫੌਜਾਂ ਸਤਿਗੁਰਾਂ ਦੇ ਬਚਨ ਅੱਗੇ ਕੁਝ ਨਹੀਂ। ਮਹਾਰਾਜ ਜੇ ਚਾਹੁਣ ਤੇ ਝਾਟੀ ਉਹਨਾਂ ਨੂੰ ਨਾਸ ਕਰਕੇ ਬਾਦਸ਼ਾਹ ਮੁਕਾ ਸਕਦੇ ਹਨ। ਏਕ ਬਾਕ ਤੇ ਨਾਸ ਕਰਨ ਤੇ। ਸਤਿਗੁਰਾਂ ਦਾ ਇੱਕ ਬਚਨ ਹੀ ਬੜਾ। ਭਾਵੇਂ ਔਰੰਗਜ਼ੇਬ ਦੇ ਕੋਲ ਬੜੀ ਵੱਡੀ ਫੌਜ ਹੈ, ਬੜੀ ਵੱਡੀ ਤਾਕਤ ਹੈ, ਬੜੇ ਵੱਡੇ ਹਥਿਆਰ ਉਹਦੇ ਕੋਲ ਨੇ, ਪਰ ਸਤਿਗੁਰਾਂ ਦੇ ਇੱਕ ਬਚਨ ਦੇ ਸਾਹਮਣੇ ਕੁਝ ਨਹੀਂ ਰਹਿਣਾ। ਮਹਾਰਾਜ ਇੱਕ ਬਚਨ ਮੁਖੋਂ ਕਰ ਦੇਣ, ਇੱਕ ਬਚਨ ਦੇ ਨਾਲ ਹੀ ਸਾਰਿਆਂ ਤੁਰਕਾਂ ਨੂੰ ਮੇਟ ਸਕਦੇ ਹਨ। ਪੀਰ ਅਮੀਰ ਨਹੀਂ ਉਬਰਨ ਤੇ। ਸਤਿਗੁਰੂ ਪਾਤਸ਼ਾਹ ਦੇ ਅੱਗੇ ਪੀਰ ਤੋਂ ਭਾਵ ਸ਼ਕਤੀ ਵਾਲਾ, ਸ਼ਕਤੀ ਵਾਲਾ ਵੀ ਕੋਈ ਨਹੀਂ ਟਿਕੇਗਾ, ਤੇ ਅਮੀਰ ਤੋਂ ਭਾਵ ਮਾਇਆ ਵਾਲਾ ਵੀ ਨਹੀਂ ਟਿਕੇਗਾ। ਸੋ ਇਹਦੀ ਇੱਕ ਮਿਸਾਲ ਸਤਿਗੁਰਾਂ ਦੀ ਸ਼ਹੀਦੀ ਵਿੱਚ ਹੀ ਆਉਂਦੀ ਹੈ। ਇੱਕ ਅਜਮੇਰ ਦੇ ਰਹਿਣ ਵਾਲਾ ਪੀਰ ਹੈ। ਔਰੰਗਜ਼ੇਬ ਉਹਨੂੰ ਆਪਣਾ ਗੁਰੂ ਹੀ ਮੰਨਦਾ ਸੀਗਾ, ਉਹਨੂੰ ਆਪਣਾ ਮੁਰਸ਼ਿਦ ਮੰਨਦਾ, ਉਹਦਾ ਚੇਲਾ ਬਣਿਆ ਹੋਇਆ। ਉਹਨਾਂ ਦਿਨਾਂ ਵਿੱਚ ਉਹ ਅਜਮੇਰੀ ਪੀਰ ਜਿਹੜਾ ਸੀ ਨਾ, ਉਹ ਵੀ ਦਿੱਲੀ ਆ ਗਿਆ। ਜਦੋਂ ਉਹਨੂੰ ਪਤਾ ਲੱਗਾ ਨਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਕੈਦ ਨੇ, ਇਹ ਵੀ ਦਿੱਲੀ ਆ ਗਿਆ। ਔਰੰਗਜ਼ੇਬ ਨੂੰ ਕਹਿਣ ਲੱਗਾ ਫਿਕਰ ਨਾ ਕਰ, ਮੇਰੇ ਵਿੱਚ ਬੜੀਆਂ ਸ਼ਕਤੀਆਂ, ਮੈਂ ਤੇ ਸ਼ਕਤੀ ਦੇ ਨਾਲ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮੁਸਲਮਾਨ ਬਣਾਉਣ ਵਾਸਤੇ ਪ੍ਰੇਰ ਲਵਾਂਗਾ। ਔਰੰਗਜ਼ੇਬ ਬੜਾ ਹੀ ਖੁਸ਼ ਹੋਇਆ, ਲਓ ਜੀ ਮੇਰਾ ਤੇ ਮੁਰਸ਼ਿਦ ਆ ਗਿਆ, ਇਹਨਾਂ ਸ਼ਕਤੀਆਂ ਦਾ ਇਹ ਭਰਿਆ ਹੋਇਆ, ਇਹਦੀ ਸ਼ਕਤੀ ਅੱਗੇ ਗੁਰੂ ਨੇ ਕੁਝ ਨਹੀਂ ਕਰਨਾ। ਇਹ ਜਿਹੜਾ ਅਜਮੇਰੀ ਪੀਰ ਸੀ ਨਾ, 2-3 ਨਾਲ ਕਾਜੀ ਲੈ ਕੇ ਸਤਿਗੁਰਾਂ ਦੇ ਕੋਲ ਚਲਾ ਗਿਆ। ਜਦੋਂ ਸਤਿਗੁਰਾਂ ਦਾ ਖਿੜਿਆ ਹੋਇਆ ਚਿਹਰਾ ਵੇਖਿਆ ਤੇ ਸਮਝ ਗਿਆ ਵੀ ਇਹਨਾਂ ਨੇ ਇਸ ਤਰ੍ਹਾਂ ਤੇ ਮੰਨਣਾ ਨਹੀਂ। ਉਸ ਵੇਲੇ ਪੀਰ ਆਪਣੀ ਸ਼ਕਤੀ ਸਤਿਗੁਰਾਂ ਦੇ ਉੱਪਰ ਪਾਉਣ ਵਾਸਤੇ ਨਾ, ਕਰਾਮਾਤ ਪਾਉਣ ਵਾਸਤੇ, ਉਹ ਜਿਵੇਂ ਉਹ ਜਾਦੂਗਰ ਆਪਣੀਆਂ ਬਾਹਾਂ ਤਾਂ ਠਾਂ ਜਿਹਨੂੰ ਕਰਦੇ ਨੇ, ਹਿਲਾਉਂਦੇ ਨੇ। ਜਦੋਂ ਇਹ ਪੀਰ ਬਾਂਹ ਹਿਲਾ ਕੇ ਆਪਣੀ ਸ਼ਕਤੀ ਵਿਖਾਉਣ ਲੱਗਾ ਨਾ, ਤੇ ਸਤਿਗੁਰਾਂ ਨੇ ਇਹਦੀ ਬਾਂਹ ਹੀ ਫੜ ਲਈ। ਬਾਂਹ ਫੜ ਲਈ, ਜਿੰਨੀਆਂ ਕਰਾਮਾਤਾਂ ਸੀ ਸਾਰੀਆਂ ਹੀ ਖਿੱਚ ਲਈਆਂ। ਜਿਵੇਂ ਨਿੰਬੂ ਨਿਚੋੜ ਕੇ ਸੁੱਟ ਦਈਦਾ ਨਾ, ਖਾਲੀ ਹੋ ਜਾਂਦਾ, ਕੁਝ ਨਹੀਂ ਰਹਿ ਜਾਂਦਾ। ਇਹ ਪੀਰ ਦੀਆਂ ਸਾਰੀਆਂ ਕਰਾਮਾਤਾਂ ਮਹਾਰਾਜ ਨੇ ਖਿੱਚ ਲਈਆਂ। ਬਿਲਕੁਲ ਖਾਲੀ ਹੋ ਗਿਆ ਤੇ ਮਹਾਰਾਜ ਨੇ ਬਾਂਹ ਛੱਡ ਦਿੱਤੀ। ਹੁਣ ਹੱਥ ਹਿਲਾਉਂਦਾ ਤੇ ਮਿਲਦਾ ਕੁਝ ਨਹੀਂ ਹੈ, ਬੜਾ ਝੂਰਦਾ ਹੈ। ਹੁਣ ਆ ਕੇ ਦੱਸਿਆ ਤੇ ਨਹੀਂ ਔਰੰਗਜ਼ੇਬ ਨੂੰ ਵੀ ਮੈਂ ਤੇ ਜਿਹੜੀਆਂ ਸ਼ਕਤੀਆਂ ਕੋਲ ਸਾਂ, ਤੇਰੇ ਮਗਰ ਲਾ ਕੇ ਮੈਂ ਉਹ ਵੀ ਗਵਾ ਲਿਆ ਆ। ਜਿਹੜੇ ਨੇਸ਼ ਬੰਦੇ ਹੁੰਦੇ ਨੇ ਨਾ, ਉਹ ਆਪ ਤੇ ਡੁੱਬਦੇ, ਕਈਆਂ ਨੂੰ ਨਾਲ ਲੈ ਕੇ ਬੈਠਦੇ, ਡੁੱਬ ਜਾਂਦੇ। ਹੁਣ ਔਰੰਗਜ਼ੇਬ ਨੇ ਆਪ 'ਚ ਡੁੱਬਣਾ ਹੀ ਹੈ, ਪਰ ਆਪਣੇ ਗੁਰੂ ਨੂੰ ਵੀ ਲੈ ਕੇ ਨਾਲ ਹੀ ਡੁੱਬਿਆ। ਹੁਣ ਉਹ ਪੀਰ ਦੱਸ ਤੇ ਸਕਦਾ ਨਹੀਂ ਵੀ ਮੈਂ ਸ਼ਕਤੀਆਂ ਗਵਾ ਆ, ਪਰ ਔਰੰਗਜ਼ੇਬ ਨੂੰ ਕਹਿਣ ਲੱਗਾ, ਕਹਿੰਦਾ ਵੀ ਗੁਰੂ ਮੰਨਦਾ ਨਹੀਂ ਹੈ, ਮੈਂ ਤੇ ਬੜੇ ਯਤਨ ਕੀਤੇ ਨੇ, ਗੁਰੂ ਨੇ ਤੇਰੇ ਕਹਿਣੇ ਵਿੱਚ ਨਹੀਂ ਆਉਣਾ। ਸੋ ਇਸ ਤਰ੍ਹਾਂ ਅਜਮੇਰੀ ਪੀਰ ਦੀਆਂ ਸ਼ਕਤੀਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਖਿੱਚ ਲਈਆਂ ਜਦੋਂ ਵਿਚੋਲਾ ਬਣ ਕੇ ਡਰਾਉਣ ਵਾਸਤੇ ਕੈਦਖਾਨੇ ਦੇ ਵਿੱਚ ਆਇਆ। ਇੱਥੇ 10ਵੇਂ ਪਾਤਸ਼ਾਹ ਬਚਨ ਕਰਦੇ ਪਏ, ਕਹਿਣ ਲੱਗੇ ਸਤਿਗੁਰਾਂ ਦੇ ਅੱਗੇ ਵੱਡੇ ਵੱਡੇ ਪੀਰ ਵੀ ਨਹੀਂ ਟਿਕਣਗੇ। ਤੇ ਅਮੀਰ ਤੋਂ ਭਾਵ ਹੁੰਦਾ ਸ਼ਕਤੀ ਵਾਲੇ, ਪੈਸੇ ਵਾਲੇ ਜਿਹੜੇ ਲੋਕ ਨੇ, ਮਾਇਆਧਾਰੀ, ਉਹ ਵੀ ਨਹੀਂ ਟਿਕਣਗੇ। ਕੋਈ ਵੀ ਸਤਿਗੁਰਾਂ ਦੇ ਬਚਨਾਂ ਤੋਂ ਬਚ ਨਹੀਂ ਸਕਦਾ ਹੈ। ਤੈਨ ਹਿਤ ਚਿੰਤਾ ਕਰਨੇ ਉਪਾਏ। ਇਸ ਕਰਕੇ ਮਾਤਾ ਜੀ, ਸਤਿਗੁਰਾਂ ਦੇ ਵਾਸਤੇ ਕਾਹਦੀ ਚਿੰਤਾ ਕਰਨੀ? ਚਿੰਤਾ ਨਾ ਕਰੋ, ਅਸੀਂ ਫਿਕਰ ਕਰਾਂਗੇ ਤੇ ਸਾਡੇ ਫਿਕਰ ਕਰਨ ਨਾਲ ਕੁਝ ਨਹੀਂ ਹੋਣਾ। ਉਹਨਾਂ ਦੇ ਤੇ ਆਪਣੇ ਬਚਨ ਨੇ, ਚਿੰਤਾ ਤਾਂ ਕੀ ਕੀਜੀਆ ਜੋ ਅਣਹੋਣੀ ਹੋਏ। ਉਹ ਤੇ ਕਹਿੰਦੇ ਵੀ ਚਿੰਤਾ ਕਰੋ ਹੀ ਨਾ, ਫਿਰ ਆਪਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ, ਉਹ ਸਭ ਕੁਝ ਉਹਨਾਂ ਦੀ ਮਰਜ਼ੀ ਦੇ ਨਾਲ ਹੁੰਦਾ ਹੈ। ਇਹ ਬਾਦ ਸੋ ਨਿਸ਼ਫਲ ਜਾਏ। ਇਸ ਕਰਕੇ ਇਹ ਬਾਦ ਜੇ ਆਪਾਂ ਕੁਝ ਕਰਨ ਦਾ ਯਤਨ ਵੀ ਕਰਾਂਗੇ ਨਾ, ਤੇ ਸਾਡਾ ਕੀਤਾ ਹੋਇਆ ਨਿਸ਼ਫਲ ਹੀ ਜਾਣਾ, ਸਾਡਾ ਕੀਤਾ ਹੋਇਆ ਕੁਝ ਨਹੀਂ ਹੋਣਾ। ਕਰ ਹੈ ਰਾਮ ਹੋਏ ਹੈ ਸੋਏ, ਹੋਣਾ ਉਹ ਹੈ ਜਿਹੜਾ ਪਰਮੇਸ਼ਰ ਨੇ ਕਰਨਾ। ਤੇ ਪਰਮੇਸ਼ਰ ਦਾ ਰੂਪ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ। ਗੋਬਿੰਦ ਰਾਏ ਸਾਹਿਬ ਜੀ ਆਪਣੀ ਮਾਤਾ ਗੁਜਰੀ ਨੂੰ ਕਹਿ ਰਹੇ ਨੇ, ਆਪਣੀ ਦਾਦੀ ਮਾਤਾ ਨਾਨਕੀ ਜੀ ਨੂੰ ਕਹਿ ਰਹੇ ਨੇ, ਕਹਿੰਦੇ ਚਿੰਤਾ ਨਾ ਕਰੋ, ਸਾਡੇ ਕੀਤਿਆਂ ਕੁਝ ਨਹੀਂ ਹੋਣਾ। ਸਤਿਗੁਰੂ ਸਮਰੱਥ ਨੇ ਕਰਨ ਦੇ, ਪਰ ਉਹ ਜਾਣ ਬੁੱਝ ਕੇ ਨਹੀਂ ਕਰਦੇ ਪਏ, ਤੁਸੀਂ ਚਿੰਤਾ ਨਾ ਕਰੋ। ਇਤਿਆਦਿਕ ਬਹੁ ਕਹਿ ਸਮਝਾਈ। ਇਤਿਆਦਿਕ ਹੋਰ ਵੀ ਕਈ ਗੱਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ
9 ਸਾਲ ਦੀ ਉਮਰਾਂ ਦੇ ਵਿੱਚ ਆਪਣੀ ਦਾਦੀ ਨੂੰ ਸਮਝਾਈਆਂ ਔਰ ਆਪਣੀ ਮਾਤਾ ਨੂੰ ਸਮਝਾਈਆਂ, ਫਿਕਰ ਨਾ ਕਰੋ, ਜੋ ਹੋਣਾ ਹੈ ਉਹ ਹੋ ਕੇ ਹੀ ਰਹਿਣਾ ਹੈ, ਫਿਰ ਚਿੰਤਾ ਕਿਸ ਗੱਲ ਦੀ ਕਰਨੀ ਹੈ। ਸੁਤ ਤੇ ਸੁਨ ਕੁਛ ਧੀਰਜ ਤੇ ਪਾਈ। ਜਦੋਂ ਆਪਣੇ ਪੁੱਤਰ ਦੇ ਕੋਲੋਂ ਮਾਤਾ ਗੁਜਰੀ ਜੀਆਂ ਨੇ ਸੁਣੇ ਨਾ ਇਹੋ ਜਿਹਾ ਧੀਰਜ ਵਾਲੇ ਬਚਨ, ਇਹੋ ਜਿਹਾ ਗਿਆਨ ਵਾਲੇ ਬਚਨ, ਤੇ ਮਾਤਾ ਗੁਜਰੀ ਜੀਆਂ ਨੂੰ ਥੋੜਾ ਧੀਰਜ ਆ ਗਿਆ। ਜਦੋਂ ਆਪਣੇ ਪੋਤਰੇ ਦੇ ਕੋਲੋਂ ਇੰਨੇ ਵਿਸ਼ਾਲ ਤੇ ਵੱਡੇ ਬਚਨ ਸੁਣੇ ਨਾ ਮਾਤਾ ਨਾਨਕੀ ਜੀ, ਉਹਨਾਂ ਨੂੰ ਵੀ ਹੌਸਲਾ ਆ ਗਿਆ ਵੀ ਇਹ ਠੀਕ ਹੀ ਕਹਿੰਦੇ ਪਏ ਨੇ, ਜੋ ਹੋਣਾ ਹੈ ਉਹ ਹੋ ਕੇ ਰਹਿਣਾ ਹੈ। ਇਹ ਹੈ ਤੇ ਸਤਿਗੁਰਾਂ ਦੀ ਆਪਣੀ ਮਰਜ਼ੀ, ਸੁਣ ਕੇ ਧੀਰਜ ਦੇ ਸਹਿਤ ਹੋ ਗਏ ਹਨ। ਪਠੇ ਆਨੰਦਪੁਰ ਕੋ ਨਰ ਫੇਰ। ਉਸ ਵੇਲੇ ਫਿਰ ਇਹ ਸਲਾਹ ਬਣ ਗਈ ਵੀ ਚਲੋ ਹੁਣ ਆਪਾਂ ਲਖਨੌਰ ਵਿੱਚ ਨਹੀਂ ਰਵਾਂਗੇ, ਹੁਣ ਆਪਾਂ ਆਨੰਦਪੁਰ ਸਾਹਿਬ ਚੱਲੀਏ। ਆਨੰਦਪੁਰ ਸਾਹਿਬ ਸੁਨੇਹਾ ਦੇਣ ਵਾਸਤੇ, ਸੰਗਤ ਨੂੰ ਦੱਸਣ ਵਾਸਤੇ, ਸਿੱਖਾਂ ਨੂੰ ਦੱਸਣ ਵਾਸਤੇ ਵੀ ਮਹਾਰਾਜ ਦਾ ਪਰਿਵਾਰ ਆਨੰਦਪੁਰ ਨੂੰ ਆ ਰਿਹਾ। ਕੁਝ ਬੰਦੇ ਜਿਹੜੇ ਸਨ ਲਖਨੌਰ ਤੋਂ, ਗੁਰੂ ਘਰ ਦੇ ਸੇਵਾਦਾਰ ਸਿੱਖ, ਉਸ ਵੇਲੇ ਭੇਜੇ ਗਏ ਆਨੰਦਪੁਰ ਸਾਹਿਬ ਸੁਨੇਹਾ ਦੇਣ ਵਾਸਤੇ। ਵਾਹਨ ਹਿਤ ਮਗਵਾਵਨ ਕੇਰ। ਅਤੇ ਨਾਲੇ ਤੇ ਦੱਸਣਾ ਵੀ ਅਸੀਂ ਆਉਂਦੇ ਪਏ, ਨਾਲੇ ਆਨੰਦਪੁਰ ਸਾਹਿਬ ਤੋਂ ਸਵਾਰੀਆਂ ਮੰਗਾਉਣੀਆਂ ਨੇ ਜਿਹਦੇ ਉੱਪਰ ਚੜ੍ਹ ਕੇ ਜਾਣਾ। ਜਿਵੇਂ ਮਾਤਾ ਜੀ ਦੇ ਵਾਸਤੇ ਪਾਲਕੀ, ਸਤਿਗੁਰਾਂ ਦੇ ਵਾਸਤੇ ਪਾਲਕੀਆਂ, ਇਹ ਜਿਹੜੇ ਸਾਧਨ ਸਨ ਉਸ ਵੇਲੇ, ਜਿਨ੍ਹਾਂ ਸਾਧਨਾਂ ਦੇ ਉੱਪਰ ਸਵਾਰ ਹੋ ਕੇ ਪਰਿਵਾਰ ਨੇ ਜਾਣਾ, ਉਹ ਫਿਰ ਆਨੰਦਪੁਰ ਸਾਹਿਬ ਸੁਨੇਹਾ ਭੇਜਿਆ। ਨਾਲੇ ਸੰਗਤਾਂ ਸਿੱਖਾਂ ਨੂੰ ਦੱਸਿਆ ਅਸੀਂ ਆਉਂਦੇ ਪਏ ਹਾਂ, ਨਾਲੇ ਇਹ ਵੀ ਸੁਨੇਹਾ ਦਿੱਤਾ ਵੀ ਸਾਨੂੰ ਲਿਆਉਣ ਵਾਸਤੇ ਲਖਨੌਰ ਤੋਂ ਇੱਥੋਂ ਪਾਲਕੀਆਂ ਦਾ ਪ੍ਰਬੰਧ ਕਰਕੇ ਭੇਜੋ। ਇਹ ਸਾਰਾ ਸੁਨੇਹਾ ਉਸ ਵੇਲੇ ਆਨੰਦਪੁਰ ਸਾਹਿਬ ਭੇਜਿਆ ਹੈ। ਸ੍ਰੀ ਗੁਜਰੀ ਕਹਤਾ ਸਮਝਾਇਓ। ਉਸ ਵੇਲੇ ਮਾਤਾ ਗੁਜਰੀ ਸਾਹਿਬ ਜੀ ਉਹ ਸਮਝਾਉਣ ਲੱਗੇ ਨੇ ਆਪਣੇ ਭਰਾ ਨੂੰ, ਉਹ ਵੀ ਨਾਲ ਹੀ ਸਨ, ਉਹਨਾਂ ਨੂੰ ਕਹਿੰਦੇ ਹਨ, ਮਮ ਭਰਾਤਾ ਸੰਗ ਦੇਹੋ ਅਲਾਇਓ। ਅਤੇ ਮੇਰੇ ਭਰਾ ਨੂੰ ਜਾ ਕੇ ਇਹ ਗੱਲ ਕਹੋ, ਸਤਿਗੁਰਾਂ ਦੇ ਮਾਮਾ ਜੀ ਦਾ ਨਾਮ, ਮਾਤਾ ਗੁਜਰੀ ਜੀਆਂ ਦੇ ਭਰਾ ਦਾ ਨਾਮ ਕਿਰਪਾਲ ਚੰਦ ਹੈ, ਤੇ ਉਹ ਉਸ ਵੇਲੇ ਆਨੰਦਪੁਰ ਸਾਹਿਬ ਦੀ ਦੇਖ ਰੇਖ ਕਰਦੇ ਪਏ ਸਨ। ਮਾਤਾ ਗੁਜਰੀ ਜੀਆਂ ਨੇ ਸੁਨੇਹਾ ਭੇਜਿਆ ਲਖਨੌਰ ਤੋਂ, ਕਹਿਣ ਲੱਗੇ ਸਾਡੇ ਭਰਾ ਨੂੰ ਜਾ ਕੇ ਚੰਗੀ ਤਰ੍ਹਾਂ ਸਮਝਾ ਦਿਓ, ਚੰਗੀ ਤਰ੍ਹਾਂ ਪ੍ਰਬੰਧ ਕਰ ਲੈਣ ਔਰ ਚੰਗੇ ਸਾਧਨ ਸਾਨੂੰ ਲਿਜਾਣ ਵਾਸਤੇ ਉੱਥੋਂ ਭੇਜਣਾ ਕਰਨ। ਇਹ ਮਾਤਾ ਗੁਜਰੀ ਜੀਆਂ ਨੇ ਵੱਖਰਾ ਸੁਨੇਹਾ ਸਿੱਖ ਨੂੰ ਦੇ ਕੇ ਉਸ ਵੇਲੇ ਤੋਰਿਆ ਹੈ। ਇੱਕ ਤੁਰੰਗ ਮੋਲ ਵੱਢ ਕੇ। ਤੇ ਨਾਲ ਹੀ ਇਹ ਵੀ ਗੱਲ ਆਖੀ ਵੀ ਇੱਕ ਘੋੜਾ ਆਨੰਦਪੁਰ ਸਾਹਿਬ ਤੋਂ ਭੇਜੋ, ਘੋੜਾ ਵੀ ਬਹੁਤੇ ਮੁੱਲ ਦਾ, ਬਹੁਤਾ ਮਹਿੰਗਾ ਘੋੜਾ, ਬਹੁਤਾ ਸੋਹਣਾ ਘੋੜਾ, ਮਹਿੰਗੇ ਮੁੱਲ ਦਾ ਮਹਿੰਗਾ ਘੋੜਾ ਜਿਹੜਾ ਹੈ ਉਹ ਆਨੰਦਪੁਰ ਸਾਹਿਬ ਤੋਂ ਭੇਜਣਾ ਕਰੋ। ਲੈ ਆਵੋ ਸ਼ਿੰਗਾਰ ਵਡੇਰਾ। ਅਤੇ ਉਸ ਘੋੜੇ ਨੂੰ ਬਿਲਕੁਲ ਸ਼ਿੰਗਾਰ ਕੇ ਲੈ ਕੇ ਆਉਣਾ, ਸ਼ਿੰਗਾਰ ਕੇ ਚੰਗੀ ਤਰ੍ਹਾਂ ਸੋਹਣੇ ਕੱਪੜੇ ਦੇ ਨਾਲ, ਸੋਹਣਿਆਂ ਫੁੱਲਾਂ ਦੇ ਨਾਲ ਨਵਾ ਕੇ ਧਵਾ ਕੇ ਸੋਹਣਾ ਬਣਾ ਕੇ ਘੋੜੇ ਨੂੰ, ਜਿਹੜਾ ਮਹਿੰਗੇ ਮੁੱਲ ਦਾ ਘੋੜਾ ਹੈ, ਉਹਨੂੰ ਸ਼ਿੰਗਾਰ ਕੇ ਆਨੰਦਪੁਰ ਸਾਹਿਬ ਲੈ ਕੇ ਆਉਣਾ ਬ੍ਰਿਖ ਕਰੋ। ਭੰਨ ਜੋਰੋ ਸੰਯੰਦਨ। ਅਤੇ 2 ਬਲਦ ਜਿਹੜੇ ਨੇ ਉਹਨਾਂ ਨੂੰ ਸ਼ਿੰਗਾਰ ਕੇ ਗੱਡਿਆਂ ਦੇ ਅੱਗੇ ਜੋੜ ਕੇ ਜਿਹੜੇ ਬਲਦ ਨੇ ਲਿਆਉਣਾ ਕਰੋ। ਨਰ ਬ੍ਰਿੰਦਨ ਲੇਕਰ ਪ੍ਰਸਥਾਨ। ਅਤੇ ਬਹੁਤੇ ਲੋਕ ਲੈ ਕੇ, ਜਿਵੇਂ ਆਪਾਂ ਕੋਈ ਬਹੁਤਾ ਵੱਡਾ ਨਗਰ ਕੀਰਤਨ ਲੈ ਕੇ ਚੱਲਦੇ ਆ ਨਾ ਸੰਗਤਾਂ ਦੇ ਨਾਲ, ਇਸ ਤਰੀਕੇ ਦੇ ਨਾਲ ਇੱਕ ਸੋਹਣਾ ਘੋੜਾ ਲੈ ਕੇ ਆਓ। ਬਲਦਾਂ ਦੀਆਂ ਜੋੜੀਆਂ ਗੱਡਿਆਂ ਦੇ ਅੱਗੇ ਲੱਗੀਆਂ ਹੋਣ, ਘੋੜਿਆਂ ਦੀਆਂ ਜੋੜੀਆਂ ਰੱਥਾਂ ਦੇ ਅੱਗੇ ਲੱਗੀਆਂ ਹੋਣ, ਅਤੇ ਬੇਅੰਤ ਗੁਰੂ ਕੇ ਸਿੱਖ ਸੰਗਤਾਂ ਆਨੰਦਪੁਰ ਸਾਹਿਬ ਤੋਂ ਲੈ ਕੇ ਚੱਲੋ ਅਤੇ ਇੱਥੇ ਲਖਨੌਰ ਲੈ ਕੇ ਆਓ। ਇੱਥੋਂ ਫਿਰ ਆਪਾਂ ਸਾਰੇ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਨੂੰ ਚੱਲਾਂਗੇ। ਇਸ ਤਰ੍ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਇਹ ਸਾਰਾ ਕੁਝ ਕਰਨਾ ਹੈ। ਮਾਤਾ ਗੁਜਰੀ ਜੀਆਂ ਨੇ ਇਹ ਜਿਹੜਾ ਸੁਨੇਹਾ ਹੈ ਆਨੰਦਪੁਰ ਸਾਹਿਬ ਭੇਜਿਆ। ਹੁਣ ਇੱਥੋਂ ਸੰਗਤਾਂ ਕਿਵੇਂ ਮਹਾਰਾਜ ਦੇ ਪਰਿਵਾਰ ਨੂੰ ਲੈਣ ਜਾਂਦੀਆਂ ਲਖਨੌਰ ਤੋਂ, ਅਤੇ ਉਧਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹੋਰ ਕਿਹੜੀ ਕਿਹੜੀ ਕਿਰਪਾ ਕਰਨਗੇ, ਔਰ 9ਵੇਂ ਮਹੱਲੇ ਦੇ ਸ਼ਲੋਕ ਜਿਹੜੇ ਨੇ ਉਹ ਕਿਵੇਂ ਮਹਾਰਾਜ ਰਚਦੇ ਨੇ ਔਰ ਕਿਵੇਂ ਕਾਗਜ਼ 'ਤੇ ਲਿਖਵਾਉਂਦੇ ਨੇ, ਇਹ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਤਹਿ ਨਾ ਛੂਟੀ ਹੈ।